हेलो एवरीवन, मेरा नाम निष्ठा बंसल है। मैं एक फाइनल ईयर स्टूडेंट हाँ ਏਮਸ ਭੋਪਾਲ 'ਚ। ਮੈਂ ਆਪਣਾ ਨੀਟ 2020 'ਚ ਦਿੱਤਾ ਸੀਗਾ। ਮੇਰੇ ਮਾਰਕਸ 683 ਸੀਗੇ ਤੇ ਮੇਰਾ ਰੈਂਕ 484 ਸੀਗਾ। ਤਾਂ ਅੱਜ ਆਪਾਂ ਇੱਕ ਨਵਾਂ ਚੈਪਟਰ ਸਟਾਰਟ ਕਰਾਂਗੇ ਜਿਹਦਾ ਨਾਮ ਹੈ ਬਾਇਓਲੋਜੀਕਲ ਕਲਾਸੀਫਿਕੇਸ਼ਨ। ਤਾਂ ਜਿਵੇਂ ਕਿ ਦ ਲਿਵਿੰਗ ਵਰਲਡ ਦੇ ਅੰਦਰ ਆਪਾਂ ਨੇ ਇਹ ਸਮਝਿਆ ਸੀਗਾ ਕਿ ਲਿਵਿੰਗ ਤੇ ਨਾਨ ਲਿਵਿੰਗ ਦੇ ਅੰਦਰ ਕੀ ਡਿਫਰੈਂਸਸ ਹੈ, ਤੇ ਉਸ ਤੋਂ ਬਾਅਦ ਫਿਰ ਟੈਕਸੋਨੋਮਿਕਲ ਕਲਾਸੀਫਿਕੇਸ਼ਨ ਦੀ ਕੀ ਇੰਪੋਰਟੈਂਸ ਹੈ ਤੇ ਨੋਮਨਕਲੇਚਰ ਦੀ ਕੀ ਇੰਪੋਰਟੈਂਸ ਹੈ। ਉਸ ਤੋਂ ਹੁਣ ਅੱਗੇ ਵਧਦੇ ਹੋਏ ਆਪਾਂ ਦੇਖਾਂਗੇ ਬਾਇਓਲੋਜੀਕਲ ਕਲਾਸੀਫਿਕੇਸ਼ਨ ਕੀ ਹੈ, ਕਿ ਜਿੰਨੇ ਵੀ ਆਰਗੈਨਿਜ਼ਮਸ ਹੈ ਉਹਨਾਂ ਨੂੰ ਕਿਵੇਂ ਡਿਫਰੈਂਟ ਕਿੰਗਡਮਸ ਦੇ ਅੰਦਰ ਡਿਵਾਈਡ ਕੀਤਾ, ਮਤਲਬ ਗਰੁੱਪਸ ਦੇ ਅੰਦਰ। ਜਿਵੇਂ ਆਪਾਂ ਨੇ ਪੜ੍ਹਿਆ ਸੀਗਾ ਕਿ ਗਰੁੱਪਸ ਹੁੰਦੇ, ਫਿਰ ਗਰੁੱਪਸ ਦੇ ਅੰਦਰ ਰੈਂਕਸ ਹੁੰਦੇ ਨੇ, ਤੇ ਇੱਕ ਗਰੁੱਪ ਲਈ ਪ੍ਰੋਪਰ ਨੇਮ ਕਿ ਟੈਕਸੋਨੋਮਿਕਲ ਕੈਟਾਗਰੀਜ਼ ਬੋਲਦੇ ਆ ਉਹਨੂੰ, ਜਾਂ ਫਿਰ ਟੈਕਸਾ ਬੋਲਦੇ ਆ। ਤਾਂ ਆਪਾਂ ਟੈਕਸਾ ਦੇ ਅੰਦਰ ਆਪਾਂ ਨੇ ਪੜ੍ਹਿਆ ਸੀ ਕਿੰਗਡਮ, ਫਾਈਲਮ, ਕਲਾਸ, ਆਰਡਰ, ਇਹ ਸਭ ਪੜ੍ਹਿਆ ਸੀ, ਆਰਡਰ, ਕਲਾਸ। ਤਾਂ ਹੁਣ ਆਪਾਂ ਉਹਨੂੰ ਡਿਟੇਲਸ ਡਿਸਕਸ ਕਰਾਂਗੇ ਤੇ ਕਿਹੜੇ ਕਿਹੜੇ ਕਿੰਗਡਮਸ ਹੈ, ਉਹਨਾਂ ਦੇ ਨਾਮ ਕੀ ਨੇ, ਤਾਂ ਉਹ ਕਿਸ ਬੇਸਿਸ ਤੇ ਕਲਾਸੀਫਾਈ ਹੋਏ ਨੇ। ਤਾਂ ਸਟਾਰਟ ਕਰਨ ਤੋਂ ਪਹਿਲਾਂ ਕੁਝ ਸਾਇੰਟਿਸਟਸ ਦੇ ਨਾਮ ਨੇ ਕਿ ਕਿਹਨੂੰ ਕਿਸ ਚੀਜ਼ ਦਾ ਟਾਈਟਲ ਮਿਲਿਆ ਹੋਇਆ, ਤੇ ਕਲਾਸੀਫਿਕੇਸ਼ਨਸ ਕਿਹਨੇ ਕਿਹਨੇ ਦਿੱਤੀਆਂ ਨੇ। ਇੱਕ ਜਨਰਲ ਇਨਫੋਰਮੇਸ਼ਨ ਨਾ, ਕਦੇ ਕਦੇ ਇਹ ਜਿਹੇ ਕੁਐਸਚਨਸ ਆ ਜਾਂਦੇ। ਤਾਂ ਸਭ ਤੋਂ ਪਹਿਲਾਂ ਆਏਗਾ ਕਿ ਫਾਦਰ ਆਫ ਬਾਇਓਲੋਜੀ ਕੌਣ ਹੈ। ਫਾਦਰ ਆਫ ਬਾਇਓਲੋਜੀ ਐਰਿਸਟੋਟਲ। ਉਸ ਤੋਂ ਬਾਅਦ ਫਾਦਰ ਆਫ ਜ਼ੂਲॉजी ਜ਼ੂलॉजी फादर ऑफ zoology भी है एरिस्टोटल। उस तो बाद आएगा फादर ऑफ एम्ब्रियोलॉजी, वो भी है एरिस्टोटल। मतलब कि ਆਪਾਂ ਸਿੱਧਾ ਕੀ ਕਹਿ ਸਕਦੇ ਹਾਂ ਕਿ फादर ऑफ सॉरी फादर ऑफ zoology, एम्ब्रियोलॉजी ਤੇ ਬਾਇਓਲੋਜੀ ਸਾਰੇ ਹੈ ਐਰਿਸਟੋਟਲ। ਹੁਣ ਉਸ ਤੋਂ ਬਾਅਦ ਆਏਗਾ फादर ऑफ बॉटनी। ये आएगा थियोफ्रेस्टस। ਹੁਣ ਇਸ ਤੋਂ ਬਾਅਦ ਕੁਝ ਆ ਜਾਂਦੇ ਹੈ ਕਿ ਆਪਾਂ ਇਹਦੇ ਅੰਦਰ ਪੜਾਂਗੇ ਕਿ ਕਿੰਗਡਮ ਦੇ ਬੇਸਿਸ ਤੇ ਕਲਾਸੀਫਿਕੇਸ਼ਨ ਹੈ। ਤਾਂ ਇੱਕ ਵਾਰ ਉਹ ਪਹਿਲੇ ਡਿਸਕਸ ਕਰਨ ਤੋਂ ਬਾਅਦ ਫਿਰ ਆਪਾਂ ਵਾਪਸ ਆਵਾਂਗੇ ਕਿ ਟੂ ਕਿੰਗਡਮ ਕਲਾਸੀਫਿਕੇਸ਼ਨ ਜਾਂ ਥ੍ਰੀ ਕਿੰਗਡਮ ਕਲਾਸੀਫਿਕੇਸ਼ਨ ਕਿਸ ਕਿਸ ਨੇ ਦਿੱਤੀ ਹੈ, ਤੇ ਉਹਦੇ ਅੰਦਰ ਕਿਹੜੇ ਕਿਹੜੇ ਕਿੰਗਡਮਸ ਇੰਟਰੋਡਿਊਸ ਹੋਏ ਸੀਗੇ। ਚੈਪਟਰ ਦੀ ਥਿਊਰੀ ਤੋਂ ਸਟਾਰਟ ਕਰਦੇ ਹਾਂ। ਸਟਾਰਟਿੰਗ ਚ ਤਾਂ ਐਜ਼ ਆਲਵੇਜ਼ ਜਨਰਲ ਇੰਟਰੋਡਕਸ਼ਨ ਹੈ ਕਿ ਸਿੰਸ ਦ ਡਾਊਨ ਆਫ ਸਿਵਲਾਈਜੇਸ਼ਨ देयर हैज बीन मेनी अटेम्प्ट्स टू क्लासिफाई ऑर्गेनिज्म। ये तो पता ही है कि ऑर्गेनिज्म ਨੂੰ ਕਲਾਸੀਫਾਈ ਕਰਨਾ ਕਿੰਨਾ ਇੰਪੋਰਟੈਂਟ ਹੈ, ਉਹਨਾਂ ਦੀ ਸਟੱਡੀ ਇੰਪੋਰਟੈਂਟ ਹੈ, ਤੇ ਉਹਨੂੰ ਕੀ ਬੋਲਦੇ ਆ, ਟੈਕਸ। फिर उसके बाद it was done instinctively, not using criteria that were scientific, but born out of need to use the organisms for our own use, for food, shelter and clothing। मतलब पहले स्टार्टिंग ਜਦੋਂ ਕਲਾਸੀਫਿਕੇਸ਼ਨ ਸ਼ੁਰੂ ਕੀਤੀ ਗਈ ਸੀਗੀ, ਤਾਂ ਉਦੋਂ ਜਿਹੜੇ ਵੀ ਆਪਣੀ ਨੀਡ ਸੀਗੀ ਆਰਗੈਨਿਜ਼ਮਸ ਦੇ ਬੇਸਿਸ ਤੇ, ਕਿ ਮਤਲਬ ਕੋਈ ਪਲਾਂਟਸ ਫੂਡ ਲਈ ਯੂਜ਼ ਹੁੰਦੇ ਆ, ਜਾਂ ਫਿਰ ਕੋਈ ਸ਼ੈਲਟਰ ਲਈ ਯੂਜ਼ ਹੁੰਦਾ, ਕੋਈ ਕਲੋਥਿੰਗ ਲਈ ਯੂਜ਼ ਹੁੰਦਾ ਹੈ, ਐਵੇਂ ਸੇਮ ਐਨੀਮਲਸ ਲਈ ਉਹਨਾਂ ਦੇ ਸਕਿਨ ਦੇ ਬੇਸਿਸ ਤੇ। ਤਾਂ ਉਹਦੇ ਅਕੋਰਡਿੰਗ ਤੇ ਨੀਡ ਫॉर ਯੂਜ਼ ਦੇ ਬੇਸਿਸ ਤੇ ਕਲਾਸੀਫਾਈ ਕੀਤਾ ਗਿਆ ਸੀਗਾ। ਫਿਰ ਉਸ ਤੋਂ ਬਾਅਦ ਆਉਂਦਾ ਕਿ ਜਿਹੜਾ ਐਰਿਸਟੋਟਲ ਸੀਗਾ, ਐਰਿਸਟੋਟਲ ਵਾਸ the earliest attempt to a more scientific basis of classification। He used simple morphological characteristics। ਉਹਨਾਂ ਕਾਫੀ ਵਾਰ ਐਮਸੀਕਿਊ ਦੇ ਅੰਦਰ ਆ ਜਾਂਦਾ ਹੈ ਕਿ ਕੀ ਯੂਜ਼ ਕੀਤਾ ਸੀਗਾ। ਇਹਨੇ ਸਿੰਪਲ morphological characters ਯੂਜ਼ ਕੀਤੇ ਸੀ to classify plants into trees, shrubs and herbs। ਉਸ ਤੋਂ ਬਾਅਦ ਐਨੀਮਲਸ ਨੂੰ ਵੀ ਕਲਾਸੀਫਾਈ ਕੀਤਾ। ਉਹਨਾਂ ਨੇ ਦੋ ਗਰੁੱਪਸ ਦੇ ਅੰਦਰ ਕਲਾਸੀਫਾਈ ਕੀਤਾ, ਜਿਹਦੇ ਅੰਦਰ ਰੈੱਡ ਬਲੱਡ ਸੀਗੇ, ਜਿਨ੍ਹਾਂ ਦਾ ਬਲੱਡ ਰੈੱਡ ਸੀਗਾ ਤੇ ਜਿਨ੍ਹਾਂ ਦਾ ਨਹੀਂ ਸੀਗਾ। ਉਸ ਤੋਂ ਬਾਅਦ ਇੱਕ ਅਗਲੀ ਕਲਾਸੀਫਿਕੇਸ਼ਨ ਆ ਜਾਂਦੀ ਹੈ, ਲਿਨੀਅਸ ਨੇ ਦਿੱਤੀ ਸੀਗੀ। ਲਿਨੀਅਸ ਨੇ ਕਿਹੜੀ ਕਲਾਸੀਫਿਕੇਸ਼ਨ ਦਿੱਤੀ ਸੀ? ਕਾਰਲਸ ਲਿਨੀਅਸ, ਜਿਹਨੇ ਬਾਇਨੋਮੀਅਲ ਨੋਮਨਕਲੇਚਰ ਦਿੱਤਾ ਸੀਗਾ, ਟੂ ਕਿੰਗਡਮ ਸਿਸਟਮ। ਉਸ ਤੋਂ ਬਾਅਦ ਉਹਦੇ ਅੰਦਰ ਕਿਹੜੇ ਕਿਹੜੇ ਦੋ ਕਿੰਗਡਮ ਸੀਗੇ? ਪਲਾਂਟੀ ਤੇ ਐਨੀਮੇਲੀਆ। ਤੇ ਇਹ ਸਾਰੇ ਪਲਾਂਟਸ ਤੇ ਐਨੀਮਲਸ ਨੂੰ ਇਨਕਲੂਡ ਕਰਦਾ ਸੀਗਾ। ਨਾਓ ਦਿਸ ਸਿਸਟਮ ਡਿਡ ਨਾਟ ਡਿਸਟਿੰਗੁਇਸ਼ ਬਿਟਵੀਨ ਯੂਕੈਰੀਓਟ ਐਂਡ ਪ੍ਰੋਕੈਰੀਓਟ। ਯੂਕੈਰੀਓਟਸ ਤੇ ਪ੍ਰੋਕੈਰੀਓਟਸ ਦੇ ਅੰਦਰ ਇਹ ਡਿਫਰੈਂਸ਼ੀਏਟ ਨਹੀਂ ਕਰਦਾ ਸੀਗਾ। ਤੇ ਉਸ ਤੋਂ ਇਲਾਵਾ ਮਲਟੀ ਸੈਲਰ ਤੇ ਯੂਨੀਸੈਲਰ ਦੇ ਵਿੱਚ ਵੀ, ਤੇ ਫੋਟੋਸਿੰਥੈਟਿਕ ਤੇ
ਨਾਨ ਫੋਟੋਸਿੰਥੈਟਿਕ ਦੇ ਵਿੱਚ, ਫੋਟੋਸਿੰਥੈਟਿਕ 'ਚ ਕੌਣ ਆ? ਗ੍ਰੀਨ algae, ਨਾਨ ਫੋਟੋਸਿੰਥੈਟਿਕ 'ਚ fungi. The classification of organisms into plants and animals was easily done and was easy to understand, but a larger number of organisms did not fall into either category. ਹੁਣ ਕੀ ਹੋ ਗਿਆ ਕਿ ਜਿਹੜੇ ਬਹੁਤ ਸਾਰੇ ਆਰਗੈਨਿਜ਼ਮ ਸੀਗੇ ਉਹ ਨਾ ਹੀ ਪਲਾਂਟਸ ਦੇ ਅੰਦਰ ਕਲਾਸੀਫਾਈ ਹੋ ਸਕਦੇ ਸੀ ਨਾ ਹੀ ਐਨੀਮਲਸ ਦੇ ਅੰਦਰ ਕਲਾਸੀਫਾਈ ਹੋ ਸਕਦੇ ਸੀਗੇ। ਤਾਂ ਇਹ ਟੂ ਕਿੰਗਡਮ ਕਲਾਸੀਫਿਕੇਸ਼ਨ ਦੀ ਸ਼ਾਰਟਕਮਿੰਗ ਸੀਗੀ। ਸ਼ਾਰਟਕਮਿੰਗ ਕੀ ਸੀਗੀ ਕਿ ਪਹਿਲਾਂ ਤਾਂ ਇਹ ਗਰੁੱਪਸ ਦੇ ਅੰਦਰ ਡਿਸਟਿੰਗੁਇਸ਼ ਨਹੀਂ ਕਰਦਾ ਸੀ ਕਿਵੇਂ ਪ੍ਰੋਕੈਰੀਓਟ ਤੇ ਯੂਕੈਰੀਓਟ, ਫਿਰ ਬਾਅਦ ਵਿੱਚ ਯੂਨੀਸੈਲੂਲਰ, ਮਲਟੀਸੈਲਰ, ਇਹਨਾਂ ਸਭ ਦੇ ਵਿੱਚ। ਤੇ ਉਸ ਤੋਂ ਇਲਾਵਾ ਕਿ ਇਹ ਕਾਫੀ ਆਰਗੈਨਿਜ਼ਮਸ ਕਿਸੇ ਵੀ ਕੈਟੇਗਰੀ ਦੇ ਅੰਦਰ ਨਹੀਂ ਆਉਂਦੇ ਸੀਗੇ। ਤਾਂ ਇਹ ਦੋ ਤਿੰਨ ਸ਼ਾਰਟਕਮਿੰਗ ਸੀਗੀਆਂ ਇਹ ਟੂ ਕਿੰਗਡਮ ਕਲਾਸੀਫਿਕੇਸ਼ਨ ਦੀ। ਤਾਂ ਉਹ ਇਨਐਡਿਕੁਏਟ ਹੋਇਆ। ਤੇ ਉਸ ਤੋਂ ਬਾਅਦ besides gross morphology, a need was also felt for including other characteristics like cell structure, nature of wall, mode of nutrition, habitat, mode of reproduction, and evolutionary relationships. ਪਹਿਲਾਂ ਤਾਂ ਸਿਰਫ ਗ੍ਰॉस ਮਾਰਫੋਲੋਜੀ ਯੂਜ਼ ਕੀਤੀ ਸੀ, ਐਰਿਸਟੋਟਲ ਨੇ ਵੀ ਗ੍ਰॉस ਮਾਰਫੋਲੋਜੀ ਯੂਜ਼ ਕੀਤੀ ਸੀ ਕਲਾਸੀਫਿਕੇਸ਼ਨ ਲਈ। ਬਟ ਉਸ ਤੋਂ ਇਲਾਵਾ ਹੁਣ ਹੋਰ ਵੀ ਫੈਕਟਰਸ ਚਾਹੀਦੇ ਸੀਗੇ ਕਲਾਸੀਫਿਕੇਸ਼ਨ ਲਈ ਤਾਂ ਕਿ ਉਹਨੂੰ ਇੱਕ ਬੈਟਰ ਕਲਾਸੀਫਿਕੇਸ਼ਨ ਸਿਸਟਮ ਡਿਵੈਲਪ ਕੀਤਾ ਜਾਵੇ ਤੇ ਬੈਟਰ ਕਲਾਸੀਫਿਕੇਸ਼ਨ ਹੋ ਸਕੇ ਤੇ ਹਰ ਇੱਕ ਆਰਗੈਨਿਜ਼ਮ ਕਿਸ ਕੈਟੇਗਰੀ ਦੇ ਅੰਦਰ ਫਾਲ ਕਰੇ। ਤਾਂ ਨੇਚਰ ਆਫ ਵਾਲ, ਨਿਊਟ੍ਰੀਸ਼ਨ ਦਾ ਮੋਡ ਕੀ ਸੀਗਾ, ਉਹ ਰੀਪਰੋਡਿਊਸ ਕਿਵੇਂ ਕਰਦੇ ਸੀਗੇ, ਫਿਰ ਐਵੋਲੂਸ਼ਨ ਦੇ ਬੇਸਿਸ ਤੇ ਉਹਨਾਂ ਦੀ ਕਿੱਥੇ ਰੈਂਕ ਆਉਂਦੀ ਸੀਗੀ ਤੇ ਇਹ ਸਭ ਕੈਰੈਕਟਰਸ ਨੂੰ ਇੰਕਲੂਡ ਕਰਨਾ ਇੰਪੋਰਟੈਂਟ ਹੋ ਗਿਆ ਸੀਗਾ। ਜਿਹੜਾ ਕਲਾਸੀਫਿਕੇਸ਼ਨ ਸਿਸਟਮ ਹੈ ਫॉर ਲਿਵਿੰਗ ਆਰਗੈਨਿਜ਼ਮਸ ਹੈਵ ਹੈਂਸ ਅੰਡਰਗੋਨ ਸੈਵਰਲ ਚੇਂजेस ਓਵਰ ਦ ਟਾਈਮ। मतलब बहुत सारे चेंजेस हुए हैं। आज तक भी चेंजेस हो रहे हैं। काफ़ी बार एक कोई नया ऑर्गेनिज्म इंट्रोड्यूस ਹੁੰਦੇ ਫਿਰ ਉਹਦੀ ਕਲਾਸੀਫਿਕੇਸ਼ਨ ਹੁੰਦੀ ਹੈ ਜਾਂ ਫਿਰ ਐਵੇਂ ਚੇਂਜ ਕਰਕੇ ਕਾਫੀ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਕਿ ਇੱਕ ਆਰਗੈਨਿਜ਼ਮ ਨੂੰ ਇੱਕ ਸਪੀਸ਼ੀਜ਼ ਤੋਂ ਦੂਜੇ ਸਪੀਸ਼ੀਜ਼ ਕਾਫੀ ਟਾਈਮ ਬਾਅਦ ਪਤਾ ਚੱਲਦਾ ਕਿ ਦੋ ਆਰਗੈਨਿਜ਼ਮ ਜਿਹੜੇ ਡਿਫਰੈਂਟ ਸਪੀਸ਼ੀਜ਼ ਨੇਮ ਕੀਤੇ ਗਏ ਸੀ ਬਟ ਉਹ ਤਾਂ ਐਕਚੁਅਲੀ ਸੇਮ ਸਪੀਸ਼ੀਜ਼ ਹੈ। ਤੇ ਇਹ ਸਭ ਚੇਂजेस मतलब क्लासिफिकेशन सिस्टम एक डायनामिक सिस्टम है। Classification for the living organisms have hence undergone several changes over the time. Though plant and animals have a constant under all the different systems, the understanding of what groups or organisms to be included under these kingdoms have been changing. ਇਹਦਾ ਕੀ ਮਤਲਬ ਹੈ ਕਿ ਜਿੰਨੇ ਵੀ ਕਲਾਸੀਫਿਕੇਸ਼ਨ ਸਿਸਟਮਸ ਆਏ ਹੈ ਉਹਨਾਂ ਦੇ ਅੰਦਰ ਦੋ ਕਿੰਗਡਮਸ ਪਲਾਂਟਸ ਤੇ ਐਨੀਮਲਸ ਤਾਂ ਹਮੇਸ਼ਾ ਕਨਸਟੈਂਟ ਹੀ ਰਹੇ ਆ। ਮਤਲਬ ਇਹਨਾਂ ਨੂੰ ਕਦੇ ਵੀ ਐਕਸਕਲੂਡ ਜਾਂ ਇਹਨਾਂ ਦੀ ਨੇਮਿੰਗ ਕਦੇ ਚੇਂਜ ਨਹੀਂ ਕੀਤੀ ਗਈ ਹੈ। ਐਵੇਂ ਦੋ ਬ੍ਰੌਡ ਕੈਟਾਗਰੀਜ਼ ਹਮੇਸ਼ਾ ਰਹੀਆਂ ਨੇ ਬਟ ਇਹਨਾਂ ਦੇ ਅੰਦਰ ਕਿਹੜੇ ਆਰਗੈਨਿਜ਼ਮਸ ਨੂੰ ਕਲਾਸੀਫਾਈ ਕਰਨਾ ਉਹ ਹਮੇਸ਼ਾ ਚੇਂਜ ਹੁੰਦਾ ਗਿਆ। Changing has been changing. The number and the nature of other kingdoms have also been understood differently by different scientists over the time. मतलब ਇਹਨਾਂ ਦੋ ਕਿੰਗਡਮਸ ਦੇ ਇਲਾਵਾ ਹੋਰ ਜਿਹੜੇ ਕਿੰਗਡਮਸ ਇੰਟਰੋਡਿਊਸ ਹੋਏ ਹੈ ਤਾਂ ਉਹਨਾਂ ਦੀ ਸੈਂਸ ਤੇ ਉਹਨਾਂ ਦੀ ਅੰਡਰਸਟੈਂਡਿੰਗ ਵੀ ਓਵਰ ਦਾ ਟਾਈਮ ਚੇਂਜ ਹੁੰਦੀ ਗਈ ਹੈ। ਹੁਣ ਇਸ ਤੋਂ ਬਾਅਦ ਆਉਂਦਾ ਹੈ ਕਿ R.H. Whitaker proposed 5 kingdom classification. The kingdoms defined by him were named Monera, Protista, Fungi, Plantae, and Animalia. The main characteristics used by him included ਹੁਣ ਕਿਹੜੀ characteristics include ਕੀਤੀਆਂ ਸੀ R.H. Whitaker ਨੇ? Cell structure, body organization, mode of nutrition, reproduction, and phylogenetic relationships. ਤੇ ਉੱਪਰ ਟੇਬਲ ਦੇ ਅੰਦਰ ਇਹਨਾਂ ਦਾ ਕੰਪੈਰੀਟਿਵ ਡਿਫਰੈਂਸ਼ੀਏਸ਼ਨ ਦਿੱਤੀ ਗਈ ਹੈ। ਇੱਕ ਵਾਰ ਆਪਾਂ ਥਿਊਰੀ ਕੰਪਲੀਟ ਕਰਦੇ ਉਸ ਤੋਂ ਬਾਅਦ ਇਹਨਾਂ ਕਿੰਗਡਮਸ ਨੂੰ ਡਿਟੇਲਸ ਡਿਸਕਸ ਕਰਾਂਗੇ। ਫਿਰ ਆਉਂਦਾ ਕਿ 3 ਡੋਮੇਨ ਸਿਸਟਮ ਵੀ ਪ੍ਰਪੋਜ਼ ਕੀਤਾ ਗਿਆ ਸੀਗਾ। 3 ਡੋਮੇਨ ਸਿਸਟਮ ਜਿਹਦੇ ਅੰਦਰ ਪਲਾਂਟੀ ਤੇ ਐਨੀਮੇਲੀਆ ਦੇ ਇਲਾਵਾ has been proposed that divides the kingdom Monera into 2 domains, leaving the remaining eukaryotic kingdoms in the 3rd domain and thereby a 6th kingdom classification. ਇਹਦਾ ਹੁਣ ਮਤਲਬ ਕੀ ਹੈ? 3 ਡੋਮੇਨ ਸਿਸਟਮ ਦਾ ਕੀ ਮਤਲਬ ਹੈ ਕਿ ਇੱਕ ਤਾਂ ਮੋਨੇਰਾ ਸੀਗਾ ਉਹ ਜਿਹੜਾ ਮੋਨੇਰਾ ਕਿੰਗਡਮ ਮਤਲਬ ਜਿਹੜਾ 5 ਕਿੰਗਡਮ ਕਲਾਸੀਫਿਕੇਸ਼ਨ ਦੇ ਅੰਦਰ ਮੋਨੇਰਾ ਕਿੰਗਡਮ ਸੀਗਾ ਉਹਦੇ ਅੰਦਰ ਜਿੰਨੇ ਵੀ ਆਰਗੈਨਿਜ਼ਮ ਸੀਗੇ ਉਹਨੂੰ 2 ਡੋਮੇਨਸ ਦੇ ਅੰਦਰ ਕਲਾਸੀਫਾਈ ਕੀਤਾ ਗਿਆ ਸੀਗਾ। ਤੇ ਉਸ ਤੋਂ ਇਲਾਵਾ ਜਿੰਨੇ ਵੀ ਯੂਕੈਰੀਓਟਿਕ ਕਿੰਗਡਮ ਸੀ ਬਚੇ ਹੋਏ 4 ਕਿੰਗਡਮਸ ਯੂਕੈਰੀਓਟਿਕ ਸੀਗੇ 5 ਕਿੰਗਡਮ ਕਲਾਸੀਫਿਕੇਸ਼ਨ ਦੇ ਅੰਦਰ ਉਹਨਾਂ ਨੂੰ 3 ਡੋਮੇਨਸ ਦੇ ਅੰਦਰ ਕਲਾਸੀਫਾਈ ਕੀਤਾ ਗਿਆ ਸੀਗਾ। leaving the remaining eukaryotic kingdoms in the 3rd domain मतलब 3rd domain ਅੰਦਰ ਕਲਾਸੀਫਾਈ ਕੀਤਾ ਗਿਆ ਤੇ ਉਹਦੇ ਨਾਲ 6th kingdom ਕਲਾਸੀਫਿਕੇਸ਼ਨ ਆਈ। ਹੁਣ ਇਹ 6th kingdom ਕਿਵੇਂ ਬਣਿਆ? ਪਹਿਲਾਂ ਤਾਂ ਜਿਹੜੇ ਯੂਕੈਰੀਓਟਿਕ ਕਿੰਗਡਮ ਸੀਗੇ ਉਹ ਕਿੰਨੇ ਸੀਗੇ? 4
ਤੇ 4 ਤਾਂ ਉਹ ਹੋ ਗਏ। ਉਸ ਤੋਂ ਬਾਅਦ ਜਿਹੜਾ ਮੋਨੇਰਾ ਸੀਗਾ ਉਹਨੂੰ 2 ਡੋਮੇਨਸ ਦੇ ਅੰਦਰ ਕਲਾਸੀਫਾਈ ਕਰਤਾ। ਤਾਂ 5th ਇਹ ਹੋ ਗਿਆ, 6th ਇਹ ਹੋ ਗਿਆ, ਐਵੇਂ ਕਰਕੇ 6 ਕਿੰਗਡਮ ਕਲਾਸੀਫਿਕੇਸ਼ਨ ਆਈ। ਹੁਣ ਆਪਾਂ ਪਹਿਲਾਂ ਉੱਪਰ ਦੇਖਦੇ ਹਾਂ ਕਿ ਇਹਨਾਂ ਨੂੰ ਕਲਾਸੀਫਾਈ ਕਿਵੇਂ ਕੀਤਾ ਗਿਆ। ਸਭ ਤੋਂ ਪਹਿਲਾਂ ਆਉਂਦਾ ਮੋਨੇਰਾ। ਤੇ ਹੁਣ ਸੈਲ ਟਾਈਪ ਹੈ। ਸੈਲ ਟਾਈਪ प्रोकैरियोटिक है। बाकी सारे किंगडम्स की यूकैरियोटिक सेल टाइप है। तो मतलब जितने भी प्रोकैरियोटिक ऑर्गेनिजम्स हैं वो सारे के सारे आएंगे मोनोरा के अंडर। ਹੁਣ ਉਸ ਤੋਂ ਬਾਅਦ ਨੈਕਸਟ ਕ੍ਰਾਈਟੇਰੀਆ ਹੈ ਸੈਲ ਵਾਲ। ਸੈਲ ਵਾਲ ਦੇ ਅੰਦਰ ਆਏਗਾ ਨਾਨ ਸੈਲੂਲੋਜ਼ਿਕ ਪੋਲੀਸੈਕਰਾਈਡ। ਨਾਨ ਸੈਲੂਲੋਜ਼ਿਕ ਹੁੰਦੀ ਹੈ ਸੈਲ ਵਾਲ ਇਹਨਾਂ ਦੀ, ਇਹਦੀ ਬਣੀ ਹੁੰਦੀ ਹੈ ਪੋਲੀਸੈਕਰਾਈਡ ਤੇ ਅਮੀਨੋ ਐਸਿਡ ਦੀ। ਫਿਰ ਉਸ ਤੋਂ ਬਾਅਦ ਨਾਨ ਸੈਲੂਲੋਜ਼ਿਕ ਕਿਉਂ ਮੈਂਸ਼ਨ ਕੀਤਾ ਗਿਆ ਉਰੇ, ਕਿਉਂਕਿ ਪਲਾਂਟਸ ਦੀ ਜਿਹੜੀ ਸੈਲ ਵਾਲ ਹੁੰਦੀ ਹੈ ਉਹ ਸੈਲੂਲੋਜ਼ ਦੀ ਬਣੀ ਹੁੰਦੀ ਹੈ। ਫਿਰ ਉਸ ਤੋਂ ਬਾਅਦ ਆਉਂਦੇ ਪ੍ਰੋਟਿਸਟਾ। ਪ੍ਰੋਟਿਸਟਾ ਦੇ ਸੈਲ ਵਾਲ ਸਿਰਫ ਕੁਝ ਆਰਗੈਨਿਜ਼ਮਸ ਦੇ ਅੰਦਰ ਪ੍ਰੈਜ਼ੈਂਟ ਹੁੰਦੀ ਹੈ। ਇਹ ਆਪਾਂ ਹੁਣ ਜਦੋਂ ਪ੍ਰੋਟਿਸਟਾ ਕਿੰਗਡਮ ਡਿਸਕਸ ਕਰਾਂਗੇ ਉਹਦੇ ਅੰਦਰ ਆਏਗਾ ਕਿ ਕਿਹੜੇ ਆਰਗੈਨਿਜ਼ਮਸ ਦੇ ਅੰਦਰ ਹੈਗੀ। ਫਿਰ ਉਸ ਤੋਂ ਬਾਅਦ ਆਉਂਦਾ ਫੰਜਾ। ਫੰਜਾ ਦੇ ਅੰਦਰ ਸੈਲ ਵਾਲ ਪ੍ਰੈਜ਼ੈਂਟ ਹੁੰਦੀ ਹੈ ਤਾਂ ਕਾਈਟਨ ਦੀ ਬਣੀ ਹੁੰਦੀ ਹੈ। ਹੁਣ ਪਲਾਂਟੀ ਹੈ। ਪਲਾਂਟੀ ਦੇ ਅੰਦਰ ਸੈਲੂਲੋਜ਼ ਦੀ ਸੈਲ ਵਾਲ ਹੁੰਦੀ ਹੈ। ਤੇ ਜਿਹੜੇ ਐਨੀਮੀਲੀਆ ਕਿੰਗਡਮ ਹੈ ਓਨਲੀ ਕਿੰਗਡਮ ਹੈ ਜਿਹਦੇ ਅੰਦਰ ਐਬਸੈਂਟ ਹੁੰਦੀ ਹੈ ਸੈਲ ਵਾਲ। ਪ੍ਰੋਟਿਸਟਾ ਦੇ ਅੰਦਰ ਕੁਝ ਦੇ ਅੰਦਰ ਹੁੰਦੀ ਹੈ ਤੇ ਕੁਝ ਦੇ ਅੰਦਰ ਐਬਸੈਂਟ ਹੈ। ਹੁਣ ਨਿਊਕਲੀਅਰ ਮੈਮਬ੍ਰੇਨ। ਸਿੰਸ ਮੋਨੋਰਾ ਇੱਕ ਪ੍ਰੋਕੈਰੀਓਟਿਕ ਆਰਗੈਨਿਜ਼ਮਸ ਦਾ ਕਿੰਗਡਮ ਹੈ ਤੇ ਉਹਨਾਂ ਦਾ ਨਿਊਕਲੀਅਰ ਮੈਮਬ੍ਰੇਨ ਐਬਸੈਂਟ ਹੋਏਗੀ ਤੇ ਬਾਕੀ ਸਭ ਦੇ ਅੰਦਰ ਪ੍ਰੈਜ਼ੈਂਟ ਰਹੇਗੀ। ਹੁਣ ਬਾਡੀ ਆਰਗੇਨਾਈਜੇਸ਼ਨ। ਮੋਨੋਰਾ ਹੈ ਜਿਹੜਾ ਉਹ ਯੂਨੀਸੈਲੂਲਰ ਆਰਗੈਨਿਜ਼ਮਸ ਦਾ ਬਣਿਆ ਹੁੰਦਾ ਹੈ, ਮਤਲਬ ਯੂਨੀਸੈਲੂਲਰ ਆਰਗੈਨਿਜ਼ਮਸ ਨੂੰ ਕੰਸਿਸਟ ਕਰਦਾ ਹੈ। ਤੇ ਇਹਨਾਂ ਜਿਹੜੀ ਬਾਡੀ ਆਰਗੇਨਾਈਜੇਸ਼ਨ ਕੀ ਹੋਏਗੀ ਬਾਈ ਡਿਫਾਲਟ ਸੈਲੂਲਰ। ਸੇਮ ਪ੍ਰੋਟਿਸਟਾ। ਪ੍ਰੋਟਿਸਟਾ ਵੀ ਯੂਨੀਸੈਲੂਲਰ ਆਰਗੈਨਿਜ਼ਮਸ ਹੈ ਤੇ ਉਹਦੇ ਅੰਦਰ ਜਿਹੜੀ ਆਰਗੇਨਾਈਜੇਸ਼ਨ ਹੋਏਗੀ ਉਹ ਵੀ ਹੋਏਗੀ ਸੈਲੂਲਰ। ਹੁਣ ਆਉਂਦਾ ਫੰਜਾਈ। ਫੰਜਾਈ ਹੁੰਦੇ ਮਲਟੀ ਸੈਲੂਲਰ ਹੁੰਦੇ ਨੇ। ਇਹਨਾਂ ਵਿੱਚ ਲੂਸ ਟਿਸ਼ੂ ਆਰਗੇਨਾਈਜੇਸ਼ਨ ਹੁੰਦੀ ਹੈ। ਪਲਾਂਟਸ ਦੇ ਅੰਦਰ ਟਿਸ਼ੂ ਤੇ ਆਰਗਨ ਲੈਵਲ ਆਰਗੇਨਾਈਜੇਸ਼ਨ ਮਿਲਦੀ ਹੈ। ਐਨੀਮਲਸ ਦੇ ਅੰਦਰ ਟਿਸ਼ੂ ਆਰਗਨ ਤੇ ਆਰਗਨ ਸਿਸਟਮ ਹਰ ਇੱਕ ਵੇਰੀਏਸ਼ਨ ਮਿਲਦੀ ਹੈ। ਹੁਣ ਆਉਂਦਾ ਮੋਡ ਆਫ ਨਿਊਟ੍ਰੀਸ਼ਨ। ਮੋਡ ਆਫ ਨਿਊਟ੍ਰੀਸ਼ਨ ਜਿਹੜਾ ਮੋਨੇਰਾ ਹੈ, ਮੋਨੇਰਾ ਦੇ ਅੰਦਰ ਆਉਂਦੇ ਆਟੋਟ੍ਰੋਫਿਕ। ਆਟੋਟ੍ਰੋਫਿਕ ਦੇ ਅੰਦਰ ਕਿਹੜੇ ਕਿਹੜੇ ਆਉਂਦੇ, ਜਾਂ ਤਾਂ ਕੀਮੋਸਿੰਥੇਸਿਸ ਕਰਦੇ ਨੇ ਜਾਂ ਫਿਰ ਫੋਟੋਸਿੰਥੇਸਿਸ ਕਰਦੇ ਨੇ। ਉਸ ਤੋਂ ਇਲਾਵਾ ਉਹਨਾਂ ਦੇ ਅੰਦਰ ਹੈਟਰੋਟ੍ਰੋਫਿਕ ਵੀ ਪਾਈ ਜਾਂਦੀ ਹੈ। ਤੇ ਹੈਟਰੋਟ੍ਰੋਫਿਕ ਦੇ ਅੰਦਰ ਕੀ ਕੀ ਹੋ ਸਕਦੀ ਹੈ, ਜਾਂ ਤਾਂ ਸੈਪਰੋਟ੍ਰੋਫਿਕ ਹੋਣਗੇ। ਸੈਪਰੋਟ੍ਰੋਫਿਕ ਮਤਲਬ ਕਿ ਉਹ ਆਪਣੇ ਡੈਡ ਆਰਗੈਨਿਜ਼ਮਸ ਦੇ ਥਰੂ ਨਿਊਟ੍ਰੀਸ਼ਨ ਲੈਂਦੇ ਨੇ। ਤੇ ਪੈਰਾਸਿਟਿਕ ਮਤਲਬ ਉਹ ਲਿਵਿੰਗ ਦੇ ਉੱਤੇ ਫੀਡ ਕਰਦੇ ਨੇ। ਹੁਣ ਆਉਂਦੇ ਪ੍ਰੋਟਿਸਟਾ। ਪ੍ਰੋਟਿਸਟਾ ਹੁੰਦੇ ਨੇ ਉਹ ਵੀ ਆਟੋਟ੍ਰੋਫਿਕ ਤੇ ਹੈਟਰੋਟ੍ਰੋਫਿਕ ਦੋਨੋਂ ਹੁੰਦੇ ਨੇ। ਆਟੋਟ੍ਰੋਫਿਕ ਹੁੰਦੇ ਨੇ ਫੋਟੋਸਿੰਥੈਟਿਕ। ਹੁਣ ਜਿਹੜਾ ਫੰਜਾ ਹੈ, ਫੰਜਾ ਹਮੇਸ਼ਾ ਹੁੰਦਾ ਹੈਟਰੋਟ੍ਰੋਫਿਕ। ਉਹ ਸੈਪਰੋਫਿਟਿਕ ਹੁੰਦਾ ਹੈ ਕਿ ਡੈਡ ਰਿਮੇਨਸ ਦੇ ਉੱਤੇ ਫੀਡ ਕਰਦਾ ਹੈ, ਜਾਂ ਫਿਰ ਪੈਰਾਸਿਟਿਕ ਹੁੰਦਾ ਹੈ। ਜਿਵੇਂ ਕਿ ਆਪਾਂ ਬੋਲਦੇ ਕਾਫੀ ਪਲਾਂਟਸ ਤੇ ਐਨੀਮਲ ਦੇ ਅੰਦਰ ਫੰਗਲ ਇਨਫੈਕਸ਼ਨਸ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ, ਤਾਂ ਪੈਰਾਸਿਟਿਕ ਮੋਡ ਆਫ ਨਿਊਟ੍ਰੀਸ਼ਨ ਹੈ। ਫਿਰ ਪਲਾਂਟੇ। ਪਲਾਂਟੇ ਦਾ ਹੈ ਆਟੋਟ੍ਰੋਫਿਕ, ਸਾਰੇ ਫੋਟੋਸਿੰਥੇਸਿਸ ਪਰਫਾਰਮ ਕਰਦੇ ਨੇ। ਤੇ ਐਨੀਮੇਲੀਆ ਦੇ ਅੰਦਰ ਉਹ ਸਾਰੇ ਹੈਟਰੋਟ੍ਰੋਫਿਕ ਨੇ, ਜਾਂ ਤਾਂ ਹੋਲੋਜ਼ੋਇਕ ਹੁੰਦੇ ਨੇ ਕਿ ਮਤਲਬ ਦੂਜੇ ਆਰਗੈਨਿਜ਼ਮਸ ਦੇ ਉੱਤੇ ਫੀਡ ਕਰਦੇ ਨੇ, ਜਾਂ ਸੈਪਰੋਫਿਟਿਕ ਹੁੰਦੇ ਨੇ ਮਤਲਬ ਡੈਡ ਰਿਮੇਨਸ ਦੇ ਉੱਤੇ ਫੀਡ ਕਰਦੇ ਨੇ। ਫਿਰ ਇਹਦੇ ਅੰਦਰ ਐਕਸੈਟਰਾ ਲਿਖਿਆ ਮਤਲਬ ਪੈਰਾਸਿਟਿਕ ਵੀ ਹੁੰਦੇ, ਕਾਫੀ ਆਪਣੇ ਐਨੀਮਲਸ ਹੁੰਦੇ ਨੇ ਜਿਹੜੇ ਪੈਰਾਸਿਟਿਕ ਹੁੰਦੇ ਨੇ, ਹਿਊਮਨ ਬੋਡੀ ਤੇ ਵੀ ਫੀਡ ਕਰਦੇ ਨੇ, ਡਿਜ਼ੀਜ਼ਸ ਕਾਜ਼ ਕਰਦੇ ਨੇ। ਜਾਂ ਕੁਝ ਫ੍ਰੀ ਲਿਵਿੰਗ ਹੁੰਦੇ ਨੇ ਜਿਹੜੇ ਹੋਲੋਜ਼ੋਇਕ ਸੈਪਰੋਫਿਟਿਕ ਹੋ ਸਕਦੇ ਨੇ। ਸਾਨੂੰ ਕਾਫੀ ਵੇਰੀਏਸ਼ਨ ਮਿਲਦੀ ਹੈ। ਹੁਣ ਅੱਗੇ ਵਧਣ ਤੋਂ ਪਹਿਲਾਂ ਅੱਗੇ ਆਪਾਂ ਜਦੋਂ ਡਿਸਕਸ ਕਰਾਂਗੇ ਤਾਂ ਇੰਡੀਵਿਜੂਅਲ ਕਿੰਗਡਮ ਦੇ ਬਾਰੇ ਉਹਨਾਂ ਦਾ ਲੇਆਊਟ ਦੇਖਾਂਗੇ ਤੇ ਉਸ ਤੋਂ ਬਾਅਦ ਇਨ ਡਿਟੇਲ ਇੰਡੀਵਿਜੂਅਲ ਕਿੰਗਡਮ ਦੇ ਬਾਰੇ ਪੜਾਂਗੇ। ਤਾਂ ਸਟਾਰਟ ਕਰਨ ਤੋਂ ਪਹਿਲਾਂ ਕੁਝ ਹੋਰ ਕਲਾਸੀਫਿਕੇਸ਼ਨ ਸਿਸਟਮ ਸੀਗੇ। ਜਿਵੇਂ ਸਭ ਤੋਂ ਪਹਿਲਾਂ ਹੈ ਟੂ ਕਿੰਗਡਮ ਕਲਾਸੀਫਿਕੇਸ਼ਨ। ਉਹ ਤਾਂ ਆਪਾਂ ਨੇ ਪੜਿਆ, ਕਿਹਨੇ ਦਿੱਤਾ ਸੀ, ਕਾਰਲਸ ਲਿਨੀਅਸ। ਟੂ ਕਿੰਗਡਮ ਸਿਸਟਮ ਦਿੱਤਾ ਕੈਰੋਲਸ ਲਿਨੀਅਸ ਨੇ। ਤੇ ਉਹਦੇ ਅੰਦਰ ਕੀ ਕੀ ਆਇਆ ਸੀ, ਪਲਾਂਟੇ ਤੇ ਐਨੀਮੇਲੀਆ। ਫਿਰ ਉਸ ਤੋਂ ਬਾਅਦ ਆਉਂਦੇ 3 ਕਿੰਗਡਮ ਸਿਸਟਮ। ਜਿਹੜਾ 3 ਕਿੰਗਡਮ ਸਿਸਟਮ ਹੈ ਉਹਨੇ 3 ਡੋਮੇਨ ਸਿਸਟਮ ਨਾਲ ਕੰਫਿਊਜ਼ ਨਹੀਂ ਕਰਨਾ ਹੈ। 3 ਕਿੰਗਡਮ ਸਿਸਟਮ ਦਿੱਤਾ ਸੀ ਅਰਨਸਟ ਹੈਕਲ ਨੇ। ਅਰਨਸਟ ਹੈਕਲ। ਇਹਦੇ ਅੰਦਰ ਕਿਹੜਾ ਕਿੰਗਡਮ ਇੰਟਰੋਡਿਊਸ ਹੋਇਆ ਸੀ, ਪ੍ਰੋਟਿਸਟਾ। ਤੇ ਬਾਕੀ ਦਾ ਪਲਾਂਟ ਤੇ ਐਨੀਮਲ ਕਾਂਸਟੈਂਟ ਸੀਗੇ। ਉਸ ਤੋਂ ਬਾਅਦ ਆਉਂਦਾ 4 ਕਿੰਗਡਮ ਸਿਸਟਮ। 4 ਕਿੰਗਡਮ ਸਿਸਟਮ ਦਿੱਤਾ ਸੀ ਕੋਪਲੈਂਡ ਨੇ।
ਇਹਨੇ ਕਿਹੜਾ ਇੰਟਰੋਡਿਊਸ ਕੀਤਾ? ਮੋਨੇਰਾ, ਪ੍ਰੋਟਿਸਟਾ, ਪ੍ਰੋਟਿਸਟਾ ਨੂੰ PR ਦਿੰਦੇ ਆ ਸ਼ਾਰਟ, ਫਿਰ ਫੰਜਾ ਤੇ ਪਲਾਂਟਸ ਤੇ ਐਨੀਮਲਸ। ਠੀਕ ਹੈ, ਪਲਾਂਟਸ ਐਨੀਮਲਸ। ਫਿਰ ਉਸ ਤੋਂ ਬਾਅਦ ਆਉਂਦਾ 5 ਕਿੰਗਡਮ ਸਿਸਟਮ। ਸੌਰੀ, ਉਹਦੇ ਫੰਜਾ ਨਹੀਂ ਹੈ, ਮੋਨੇਰਾ ਦਿੱਤਾ ਸੀਗਾ। ਪ੍ਰੋਟਿਸਟਾ ਇੰਟਰੋਡਿਊਸ ਹੋਇਆ, ਮੋਨੇਰਾ ਇੰਟਰੋਡਿਊਸ ਹੋਇਆ, ਉਸ ਤੋਂ ਬਾਅਦ ਪ੍ਰੋਟਿਸਟਾ प्रेजेंट लिखा, प्लांट प्रेजेंट लिखा, एनिमल प्रेजेंट। फिर RH विटेकर ने 5 किंगडम सिस्टम ਦਿੱਤਾ, ਜਿਹਨੂੰ ਮੋਨਰਾ ਸੀਗਾ, ਪ੍ਰੋਟਿਸਟਾ ਔਰ ਥੈਕਲ ਨੇ ਇੰਟਰੋਡਿਊਸ ਕੀਤਾ ਸੀਗਾ, ਫਿਰ ਉਰੇ ਇੰਟਰੋਡਿਊਸ ਹੋਇਆ ਸੀਗਾ ਫੰਜਾ, ਫਿਰ ਪਲਾਂਟ ਤੇ ਐਨੀਮਲ। ਇਸ ਤੋਂ ਇਲਾਵਾ ਇੱਕ 6 ਕਿੰਗਡਮ ਜਾਂ ਫਿਰ 3 ਡੋਮੇਨ ਕਲਾਸੀਫਿਕੇਸ਼ਨ ਹੈ, ਜਿਹੜੀ ਆਪਾਂ ਨੇ ਇਸ ਤੋਂ ਪਹਿਲਾਂ ਜਸਟ ਡਿਸਕਸ ਕੀਤੀ ਸੀਗੀ। ਤੇ ਉਹ ਕਿਹਨੇ ਦਿੱਤੀ ਸੀਗੀ? ਨਾਮ ਆਪਾਂ ਇੱਕ ਵਾਰ ਦੇਖ ਲੈਂਦੇ ਹਾਂ, ਕੀ ਹੈ 3 ਡੋਮੇਨ ਜਾਂ 6 ਕਿੰਗਡਮ। ਦਿੱਤੀ ਸੀ ਕਾਰਲ ਬੂਜ਼ ਨੇ। ਠੀਕ ਹੈ, ਹੁਣ ਇਸ ਤੋਂ ਬਾਅਦ ਆ ਜਾਂਦਾ ਕਿ ਕਾਫੀ ਅਲੱਗ-ਅਲੱਗ ਕਲਾਸੀਫਿਕੇਸ਼ਨ ਸੀਗੇ ਜਿਹੜੇ ਪਹਿਲਾਂ ਯੂਜ਼ ਹੁੰਦੇ ਸੀ, ਜਿਵੇਂ ਕਿ ਐਰਿਸਟੋਟਲ ਦੀ ਆਪਾਂ ਨੇ ਦੇਖੀ ਕਿ ਉਹਨੇ ਕੁਝ ਸਿੰਪਲ ਮੋਰਫੋਲੋਜੀ ਤੇ ਬੇਸਿਸ ਤੇ ਪਲਾਂਟਸ ਤੇ ਐਨੀਮਲਸ ਨੂੰ ਕਲਾਸੀਫਾਈ ਕੀਤਾ ਸੀਗਾ, ਪੂਰੇ ਜਿਹੜਾ ਆਪਾਂ ਨੇ ਪੜ੍ਹਿਆ ਐਰਿਸਟੋਟਲ ਦੀ ਕਲਾਸੀਫਿਕੇਸ਼ਨ। ਉਸ ਤੋਂ ਇਲਾਵਾ ਹੋਰ ਵੀ ਬਹੁਤ ਤਰ੍ਹਾਂ ਦੀ ਕਲਾਸੀਫਿਕੇਸ਼ਨ ਆਈਆਂ ਸੀਗੀਆਂ। ਇੱਕ ਕਲਾਸੀਫਿਕੇਸ਼ਨ ਦਿੱਤੀ ਸੀ ਥੀਓਫਰੇਸਟਸ ਨੇ। ਜਿਹੜਾ ਥੀਓਫਰੇਸਟਸ ਹੈ, ਉਹਨੇ ਆਰਟੀਫਿਸ਼ਲ ਕਲਾਸੀਫਿਕੇਸ਼ਨ ਆਫ ਪਲਾਂਟਸ ਦਿੱਤੀ ਸੀ, ਆਰਟੀਫਿਸ਼ਲ classification of plants। ਇਹਦੇ ਅੰਦਰ ਕਿਸੇ ਕੋਈ ਪਲਾਂਟਸ ਨੂੰ ਕਿਵੇਂ ਕਲਾਸੀਫਾਈ ਕੀਤਾ ਗਿਆ ਸੀਗਾ? ਪਲਾਂਟਸ ਨੂੰ ਕਲਾਸੀਫਾਈ ਕੀਤਾ ਗਿਆ ਸੀਗਾ ਹਰਬਸ, ਤੇ ਉਹਦੇ ਇੱਕ ਨਵੀਂ ਟਰਮ ਆਈ ਸੀ ਅੰਡਰ ਹਰਬਸ, ਜਿਹੜਾ ਐਰਿਸਟੋਟਲ ਨੇ ਨਹੀਂ ਯੂਜ਼ ਕੀਤਾ ਸੀਗਾ। ਅੰਡਰ ਹਰਬਸ, ਸ਼ਰਬਸ ਤੇ ਟਰੀ। ਬਾਕੀ ਅੱਜ ਤੱਕ ਇੰਨਾ ਇੰਪੋਰਟੈਂਟ ਨਹੀਂ ਹੈ ਇਸ ਦੇ ਬਾਰੇ। ਫਿਰ ਤੀਜਾ ਇੱਕ ਹੋਰ ਆਉਂਦਾ ਹੈ, ਲਿਨੀਅਸ ਨੇ ਇੱਕ ਹੋਰ ਕਲਾਸੀਫਿਕੇਸ਼ਨ ਦਿੱਤੀ ਸੀ। ਲਿਨੀਅਸ ਲਿਨੀਅਸ ਨੇ ਕੀ ਦਿੱਤੀ ਸੀ? ਆਰਟੀਫਿਸ਼ਲ sexual classification of plants। plants ਤੇ ਉਸ ਤੋਂ ਇਲਾਵਾ ਜਿਹੜਾ ਲਿਨੀਅਸ ਹੈ, ਉਹਨੇ 2-3 ਬੁੱਕਸ ਲਿਖਿਆ ਸੀ, ਜਿਵੇਂ ਫਿਲਾਸਫੀਕਾ ਬੋਟੈਨਿਕਾ ਸਿਸਟਮਾ ਨੇਚਰ ਦਾ ਨਾਮ ਹੈਗਾ ਪਹਿਲਾ ਚੈਪਟਰ ਦੇ ਅੰਦਰ, ਉਸ ਤੇ ਜਨਰਲ ਪਲੈਨੇਟੇਰੀਅਮ। ਤੇ ਇਹ ਸਭ ਐਵੇਂ ਕੁਝ ਅਗਰ MCQ ਕਦੇ ਬਣਨਾ ਹੋਵੇ ਤੇ ਆ ਸਕਦਾ ਹੈ। ਤੇ ਇੱਕ ਚੌਥੀ ਬੁੱਕ ਸੀਗੀ ਸਪੀਸ਼ੀਜ਼ ਪਲਾਂਟੇਰਮ, ਫਿਲਾਸਫੀਕਾ ਬੋਟੈਨਿਕਾ ਸਿਸਟਮਾ ਨੇਚਰੀ ਜਨਰਲ ਪਲੈਨੇਟੇਰੀਅਮ ਸਪੀਸ਼ੀਜ਼ ਪਲਾਂਟੇਰਮ। ਇਹ मैंने सिर्फ नाम बोलिया, बट आज सच में लिख नहीं रही क्योंकि इतनी इंपॉर्टेंट नहीं है। अगर किसी ने इंटरेस्ट है वो लिख सकता है। फिर उसके बाद आंदा है चौथा बेंथम एंड हुकर। ਇਹਨਾਂ ਨੇ ਵੀ ਕਲਾਸੀਫਿਕੇਸ਼ਨ ਦਿੱਤੀ ਸੀਗੀ ਡਬਲ। ਇਹਨਾਂ ਦੀ ਜਿਹੜੀ ਕਲਾਸੀਫਿਕੇਸ਼ਨ ਸੀਗੀ ਉਹਨੂੰ ਬੋਲਦੇ ਫਰਸਟ ਨੈਚੁਰਲ ਕਲਾਸੀਫਿਕੇਸ਼ਨ ਆਫ ਪਲਾਂਟਸ। ਫਰਸਟ ਨੈਚੁਰਲ ਕਲਾਸੀਫਿਕੇਸ਼ਨ ਆਫ ਪਲਾਂਟਸ। ਇਹਦੇ ਨਾਲ ਜਿਹੜੀ ਕਲਾਸੀਫਿਕੇਸ਼ਨ ਸੀ ਉਹਨੂੰ ਮਤਲਬ ਸਪਰਮੈਟੋਫਾਈਟਾ ਦੇ ਬੇਸਿਸ ਤੇ ਡਾਈਕੋਟਿਲਿਡਨੀ, ਫਿਰ ਮੋਨੋਕੋਟਿਲਿਡਨੀ ਤੇ ਜਿਮਨੋਸਪਰਮਸ ਦੇ ਅੰਦਰ ਕਲਾਸੀਫਾਈ ਕੀਤਾ ਗਿਆ ਸੀਗਾ। ਬਟ ਇਹਦੇ ਇੱਕ ਡਰਾਬੈਕ ਸੀਗਾ ਕਿ ਇਹਦੇ ਤਾਂ ਫਾਈਲੋਜੈਨੀ ਕੰਸੀਡਰ ਨਹੀਂ ਹੋਈ ਸੀ। ਫਾਈਲੋਜੈਨੀ ਮਤਲਬ ਐਵੋਲਿਊਸ਼ਨ ਦੇ ਜਿਹੜੇ ਫੈਕਟਰ ਸੀਗੇ ਉਹ ਕੰਸੀਡਰ ਨਹੀਂ ਹੋਏ ਸੀਗੇ, ਤਾਂ ਕਰਕੇ ਜਿਹੜੇ ਕਲੋਜ਼ ਪਲਾਂਟ ਸੀਗੇ ਉਹ ਡਿਫਰੈਂਟ ਗਰੁੱਪਸ ਦੇ ਅੰਦਰ ਵੀ ਕਲਾਸੀਫਾਈ ਹੋ ਗਏ ਸੀਗੇ। ਫਿਰ ਉਸ ਤੋਂ ਬਾਅਦ ਇੱਕ ਹੋਰ ਆਂਦਾ 5th ਕਲਾਸੀਫਿਕੇਸ਼ਨ, ਇਹ ਦਿੱਤੀ ਸੀ AW ਇਕਲਰ ਨੇ।
ਇਹਨੇ ਅੰਦਰ ਫਰਸਟ ਫਾइलोजेनेटिक क्लासिफिकेशन ਸੀ AW Ekler. This was first phylogenetic classification. ਉਸ ਤੋਂ ਬਾਅਦ ਇੱਕ ਲਾਸਟ ਕਲਾਸੀਫਿਕੇਸ਼ਨ ਦਿੱਤੀ ਸੀ ਔਸਵਲਡ ਟਿਪੋ ਨੇ। ਇਹਦੀ ਜਿਹੜੀ ਸੀਗੀ ਇਹਦੀ ਬਿਗੇਸਟ phylogenetic classification ਸੀਗੀ। ਠੀਕ ਹੈ, ਇਹ ਤਾਂ ਹੋ ਗਿਆ। ਉਸ ਤੋਂ ਬਾਅਦ ਆਪਾਂ ਅੱਗੇ ਆਉਂਦੇ ਹਾਂ ਹੁਣ discussion of five kingdom classification. उन्होंने लिखी है let us look at this five kingdom classification to understand कि ਉਸ ਤੋਂ ਪਹਿਲਾਂ ਇੱਕ ਹੋਰ ਹੈ ਕਿ ਕਿਹੜੇ ਕਿਹੜੇ ਫੈਕਟਰਸ ਇਨਕਲੂਡ ਹੋਏ ਸੀਗੇ। ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਸੈਲ ਸਟਰਕਚਰ ਇਨਕਲੂਡ ਹੋਇਆ ਸੀਗਾ, ਉਸ ਤੋਂ ਬਾਅਦ ਬੋਡੀ ਆਰਗੇਨਾਈਜੇਸ਼ਨ, ਮੋਡ ਆਫ ਨਿਊਟ੍ਰੀਸ਼ਨ, ਰੀਪਰੋਡਕਸ਼ਨ, ਫਾइलोजेनेटिक ਰਿਲੇਸ਼ਨਸ਼ਿਪ। ਠੀਕ ਹੈ, ਹੁਣ ਜਿਹੜਾ ਆਪਾਂ ਬੋਲ ਸਕਦੇ ਜਿਹੜਾ ਮੋਡ ਆਫ ਨਿਊਟ੍ਰੀਸ਼ਨ, ਕਦੇ ਕੋਈ ਪੁਰਾਣੇ ਪੀਐਮਟੀ ਦੇ ਅੰਦਰ ਕੁਐਸਚਨ ਆਇਆ ਸੀ ਕਿ ਵਿਚ ਆਫ ਦ ਫੋਲੋਇੰਗ ਵਾਸ ਨਾਟ ਯੂਜ਼ਡ, ਤਾਂ ਉਹਦੇ ਅੰਦਰ ਐਸ ਸੱਚ ਰੀਪਰੋਡਕਸ਼ਨ ਨੂੰ ਆਨਸਰ ਮਾਰਕ ਕਰ ਦਿੱਤਾ ਸੀਗਾ। ਵੈਸੇ ਹੁਣ ਤਾਂ ਨਹੀਂ ਆਇਆ ਕਿਉਂਕਿ ਐਨਸੀਈਆਰਟੀ ਦੀ ਡਾਇਰੈਕਟ ਲਾਈਨ ਹੈ, ਉਹ ਬਹੁਤ ਪਹਿਲਾਂ ਸਟੇਟ ਪੀਐਮਟੀ ਚ ਆਇਆ ਸੀਗਾ। ਤਾਂ ਅਗਰ ਕਦੇ ਵੀ ਕੋਈ ਐਵੇਂ ਕੁਐਸਚਨ ਆਉਂਦਾ ਤਾਂ ਇਹ ਚੀਜ਼ ਯਾਦ ਰੱਖੀ ਜਾ ਸਕਦੀ ਹੈ, ਬਟ ਐਸ ਸੱਚ ਇੰਪੋਰਟੈਂਟ ਨਹੀਂ ਹੈ। ਹੁਣ ਜਿਹੜਾ 3 ਡੋਮੇਨ ਸਿਸਟਮ ਸੀਗਾ ਕਲਾਸੀਫਿਕੇਸ਼ਨ ਦਾ, ਇਹਦੇ ਅੰਦਰ ਇਹ ਕਿਸ ਬੇਸਿਸ ਤੇ ਹੋਇਆ ਸੀਗਾ, ਬਸ ਇੰਨਾ ਯਾਦ ਰੱਖਣਾ ਹੀ ਹੋਇਆ ਸੀ ਔਨ ਦੀ ਬੇਸਿਸ ਆਫ 16 SRNA ਦੇ ਬੇਸਿਸ ਤੇ ਕਲਾਸੀਫਿਕੇਸ਼ਨ ਹੋਈ ਸੀ। 16 SRNA ਦੇ ਬੇਸਿਸ ਤੇ। ਠੀਕ ਹੈ, ਹੁਣ ਅੱਗੇ ਆਪਾਂ ਵਧਦੇ ਹਾਂ ਕਿੰਗਡਮਸ ਦੇ ਬਾਰੇ ਡਿਸਕਸ ਕਰਦੇ ਹਾਂ। ਹੁਣ let us take a look at the five kingdom classification to understand the issues and the concerns that influence the classification system. Earlier, the classification system included bacteria, blue-green algae, fungi, mosses, ferns, and gymnosperms and angiosperms under plants. The characters that united this whole kingdom was that all the organisms included cell wall. ਕੀ ਹੋਇਆ ਕਿ ਬੈਕਟੀਰੀਆ, blue-green algae, fungi, mosses, ferns, gymnosperms, angiosperms ਇਹ ਸਾਰੇ ਪਲਾਂਟਸ ਅੰਦਰ ਆ ਗਏ ਸੀ। ਤੇ ਯੂਨਾਈਟਿਡ ਕਰੈਕਟਰ ਕੀ ਸੀਗਾ, ਸੈਲ ਵਾਲ ਪ੍ਰੈਜ਼ੈਂਟ ਸੀਗੀ। ਬਟ ਇਹ ਸਾਰੇ ਬਹੁਤ ਸਾਰੇ ਡਿਫਰੈਂਟ ਨੇ। ਕਿਉਂ? ਕਿਉਂਕਿ ਜਿਹੜੇ ਪ੍ਰੋਕੈਰੀਓਟਿਕ ਬੈਕਟੀਰੀਆ ਹੈ ਉਹ ਬਲੂ-ਗ੍ਰੀਨ ਐਲਗੇ ਸਾਇਨੋਬੈਕਟੀਰੀਆ ਨਾਲ ਪਲੇਸ ਹੋ ਗਏ, ਜਿਹੜੇ ਕਿ ਯੂਕੈਰੀਓਟਿਕ ਆ। ਉਸ ਤੋਂ ਬਾਅਦ ਜਿਹੜੇ ਯੂਨੀਸੈਲੂਲਰ ਹੈ ਉਹ ਮਲਟੀਸੈਲੂਲਰ ਨਾਲ ਪਲੇਸ ਹੋ ਗਏ, ਜਿਵੇਂ ਕਿ ਕਲੈਮਾਈਡੋਮੋਨਾਸ ਤੇ ਸਪਾਇਰੋਗਾਇਰਾ ਹੈ, ਉਹ ਸਾਰੇ ਅੰਡਰ ਐਲਗੀ ਦੇ ਅੰਦਰ ਆ ਗਏ। ਜਿਹੜੀ ਇਹ ਕਲਾਸੀਫਿਕੇਸ਼ਨ ਸੀਗੀ ਨਾ, ਇਹ ਈਵਨ ਹੈਟਰੋਟ੍ਰੋਫਿਕ ਗਰੁੱਪ ਜਿਵੇਂ ਕਿ ਫੰਗਾਈ ਤੇ ਆਟੋਟ੍ਰੋਫਿਕ ਗ੍ਰੀਨ ਪਲਾਂਟਸ ਦੇ ਅੰਦਰ ਵੀ ਡਿਫਰੈਂਸ਼ੀਏਟ ਨਹੀਂ ਕਰਦੀ ਸੀਗੀ। characteristic difference between the cell wall composition ਕੀ ਸੀਗਾ, ਫੰਗਾਈ ਦੇ ਸੈਲ ਵਾਲ ਸੀਗੀ ਉਹ ਕਾਈਟਨ ਨਾਲ ਬਣੀ ਹੁੰਦੀ ਸੀ, ਵੇਅਰ ਜਿਹੜੇ ਗ੍ਰੀਨ ਪਲਾਂਟਸ ਦੇ ਸੈਲ ਵਾਲ ਸੀ ਉਹ ਸੈਲੂਲੋਜ਼ਿਕ ਸੀਗੀ। ਤਾਂ ਜਦੋਂ ਇਹ ਸਾਰੇ ਫੈਕਟਰਸ ਕੰਸੀਡਰ ਕੀਤੇ ਗਏ ਤਾਂ ਇਹਦਾ ਇੱਕ ਨਵਾਂ ਕਿੰਗਡਮ ਬਣਾਇਆ ਗਿਆ, ਕਿੰਗਡਮ ਫੰਗਾਈ। ਉਸ ਤੋਂ ਬਾਅਦ ਹੌਲੀ ਹੌਲੀ ਜਿਹੜੇ ਵੀ ਸਾਰੇ ਪ੍ਰੋਕੈਰੀਓਟਿਕ ਆਰਗੈਨਿਜ਼ਮ ਸੀਗੇ ਉਹਨਾਂ ਲਈ ਵੀ ਇੱਕ ਨਵਾਂ ਕਿੰਗਡਮ ਬਣਾਇਆ ਗਿਆ, ਕਿੰਗਡਮ ਮੋਨੇਰਾ। ਤੇ ਉਸ ਤੋਂ ਬਾਅਦ ਜਿਹੜੇ ਯੂਨੀਸੈਲੂਲਰ ਯੂਕੈਰੀਓਟਿਕ ਸੀਗੇ ਉਹ ਸਾਰੇ ਪਲੇਸ ਕੀਤੇ ਗਏ ਕਿੰਗਡਮ ਪ੍ਰੋਟਿਸਟਾ ਦੇ ਅੰਦਰ। ਹੁਣ ਜਿਹੜਾ ਪ੍ਰੋਟਿਸਟਾ ਹੈ ਉਹਦੇ ਅੰਦਰ ਬਹੁਤ ਜ਼ਿਆਦਾ ਵਾਈਡ ਵੈਰਾਈਟੀ ਹੈ। ਕਿਉਂ? ਕਿਉਂਕਿ ਉਹਦੇ ਅੰਦਰ ਕਲੇਮਾਈਡੋਮੋਨਾਸ ਤੇ ਕਲੋਰੈਲਾ ਕਲੇਮਾਈਡੋਮੋਨਾਸ ਤੇ ਕਲੋਰੈਲਾ ਜਿਹੜੇ ਪਹਿਲਾਂ ਐਲਗੇ ਦੇ ਪਲਾਂਟਸ ਦੇ ਨਾਲ ਸੀਗੇ, ਉਹਨਾਂ ਦੋਨਾਂ ਨੂੰ ਇਕੱਠੇ ਪਲੇਸ ਕੀਤਾ ਗਿਆ ਵਿਦ ਪੈਰਾਮੀਸ਼ੀਅਮ ਤੇ ਅਮੀਬਾ, ਜਿਹੜੇ ਐਨੀਮਲ ਕਿੰਗਡਮ ਦੇ ਅੰਦਰ ਸੀਗੇ ਕਿਉਂਕਿ ਉਹ ਸੈਲ ਵਾਲ ਲੈਕ ਕਰਦੇ ਨੇ। In earlier classifications were placed in different kingdoms. This happened because of the criteria of classification changed. This kind of changes will take place in the future too, depending on the improvement in our understanding of characters and evolutionary relations. Over the time, an attempt has been made to evolve a classification system which reflects not only the morphological, physiological, and reproductive similarities, morphology है, physiology है, reproductive ability similarities है, ਤੇ phylogenetic भी ਹੁਣ include ਹੁੰਦੀ ਹੈ, मतलब evolutionary relation।
ਹੁਣ ਇਹ ਚੈਪਟਰ ਦੇ ਅੰਦਰ ਆਪਾਂ ਕੀ ਡਿਸਕਸ ਕਰਾਂਗੇ? ਇਹਦੇ ਅੰਦਰ ਆਪਾਂ ਕਿੰਗਡਮ ਮੋਨੇਰਾ ਨੂੰ, ਪ੍ਰੋਟਿਸਟਾ ਤੇ ਫੰਗਾਈ ਨੂੰ ਡਿਸਕਸ ਕਰਾਂਗੇ ਤੇ ਪਲਾਂਟ ਤੇ ਐਨੀਮਲੀਆ ਦੇ ਸੈਪਰੇਟ ਚੈਪਟਰਸ ਹੈਗੇ ਨੇ। ਹੁਣ ਆਪਾਂ ਸਟਾਰਟ ਕਰਦੇ ਹਾਂ ਕਿੰਗਡਮ ਮੋਨੇਰਾ ਨਾਲ। ਹੁਣ ਜਿਹੜਾ ਕਿੰਗਡਮ ਮੋਨੇਰਾ ਹੈ, ਇਹਨਾਂ ਜਿਹੜਾ ਜੈਨੇਟਿਕ ਮਟੀਰੀਅਲ ਹੁੰਦਾ ਉਹ ਜਨਰਲੀ ਸਰਕੂਲਰ ਡਬਲ ਸਟ੍ਰੈਂਡਡ ਡੀਐਨਏ ਹੁੰਦਾ ਵਿਦਆਊਟ ਹਿਸਟੋਨ। ਕੀ ਹੁੰਦਾ ਜਨਰਲ ਜੈਨੇਟਿਕ ਮਟੀਰੀਅਲ? जेनेटिक मटेरियल है सर्कुलर डबल स्टैंडर्ड डीएनए विदाउट हिस्टोन, विदाउट हिस्टोन प्रोटीन, क्योंकि हिस्टोन प्रोटीन प्रोकैरियोटिक्स अंदर एब्सेंट ਹੁੰਦਾ। ਹੁਣ ਆਂਦੇ ਕਿ ਜਿਹੜਾ ਬੈਕਟੀਰੀਆ ਆਰ ਦੀ ਸੋਲ ਮੈਂਬਰਸ ਆਫ ਦ ਕਿੰਗਡਮ ਮੋਨੇਰਾ। They are the most abundant microorganisms. Bacteria occur almost everywhere. ਹਰ ਜਗ੍ਹਾ ਹੁੰਦੇ ਨੇ ਤੇ 100 ਆਫ ਬੈਕਟੀਰੀਆ ਪ੍ਰੈਜ਼ੈਂਟ ਹੁੰਦੇ ਨੇ, ਜਿਵੇਂ ਸੋਇਲ ਦੇ ਅੰਦਰ, ਫਿਰ ਬਾਅਦ ਵਿੱਚ ਐਕਸਟ੍ਰੀਮ ਹੈਬਿਟੇਟਸ ਦੇ ਅੰਦਰ ਵੀ ਉਹ ਰਹਿ ਸਕਦੇ ਨੇ, ਜਿਵੇਂ ਕਿ ਹੌਟ ਸਪ੍ਰਿੰਗਸ ਹੋ ਗਿਆ, ਡੈਜ਼ਰਟ ਹੋ ਗਿਆ, ਸਨੋ ਹੋ ਗਿਆ, ਡੀਪ ਓਸ਼ਨਸ ਹੋ ਗਿਆ। ਹਰ ਜਗ੍ਹਾ ਇਹਨਾਂ ਦੀ ਬੈਕਟੀਰੀਆਸ ਆਰ ਏਬਲ ਟੂ ਸਰਵਾਈਵ, ਕਿਉਂਕਿ ਉਹਨਾਂ ਦੇ ਅੰਦਰ ਬਹੁਤ ਸਾਰੀਆਂ ਡਿਫਰੈਂਟ ਅਲੱਗ-ਅਲੱਗ ਤਰ੍ਹਾਂ ਦੀਆਂ ਅਡੈਪਟੇਸ਼ਨ ਹੁੰਦੀਆਂ ਨੇ। And many of them live in or on other organisms as parasites. Parasites ਦੇ ਅੰਦਰ ਤਰ੍ਹਾਂ ਐਗਜ਼ਿਸਟ ਕਰਦੇ ਨੇ, ਤਾਂ ਹੀ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਕਰ ਸਕਦੇ ਨੇ। ਹੁਣ ਜਿਹੜੇ ਬੈਕਟੀਰੀਆ ਹੈ ਉਹਨਾਂ ਨੂੰ ਅੱਗੇ ਗਰੁੱਪਸ ਦੇ ਅੰਦਰ ਕੈਟੇਗਰਾਈਜ਼ ਕੀਤਾ ਗਿਆ, 4 ਗਰੁੱਪਸ ਦੇ ਅੰਦਰ, ਔਨ ਦੀ ਬੇਸਿਸ ਆਫ देयर ਸ਼ੇਪ। ਤਾਂ ਜਿਹੜਾ ਸਫੈਰਿਕਲ ਹੈ ਉਹਨੂੰ ਕੋਕਸ ਬੋਲਦੇ ਨੇ, ਜਿਹੜਾ ਰॉड ਸ਼ੇਪਡ ਹੈ ਉਹਨੂੰ ਬੈਸਿਲਸ ਬੋਲਦੇ ਨੇ, ਕੌਮਾ ਸ਼ੇਪ ਨੂੰ ਵਿਬਰੀਅਮ ਬੋਲਦੇ ਨੇ ਤੇ ਸਪਾਇਰਲ ਨੂੰ ਸਪਾਇਰਲਮ ਬੋਲਦੇ ਨੇ। ਨੀਚੇ ਉਹਨਾਂ ਦੇ ਡਾਇਗਰਾਮਸ ਹੈ, ਇਹ ਡਾਇਗਰਾਮ ਧਿਆਨ ਨਾਲ ਦੇਖਣਾ ਕਿਉਂਕਿ ਇਹ ਕਾਫੀ ਵਾਰ ਐਗਜ਼ਾਮ ਦੇ ਅੰਦਰ ਆ ਜਾਂਦਾ। ਹੁਣ ਐਸਾ ਕਿਤੇ ਲਿਖਿਆ ਨਹੀਂ ਹੈ, ਬਟ ਇੱਕ ਵਾਰ ਐਂ ਕੁਐਸਚਨ ਆ ਗਿਆ ਸੀਗਾ ਇਹ ਡਾਇਗਰਾਮ ਦੇ ਬੇਸਿਸ ਤੇ ਕਿ ਬੈਸਿਲਰ ਦੇ ਅੰਦਰ ਐਵੇਂ ਸਪੋਰਸ ਪ੍ਰੈਜ਼ੈਂਟ ਹੈ, ਇੰਪੋਰਟੈਂਟ ਹੈ, ਠੀਕ ਹੈ, ਇਹ ਚੀਜ਼ ਧਿਆਨ ਰੱਖਣੀ ਹੈ। ਤੇ ਹੁਣ ਜਿਵੇਂ ਸਪਾਇਰਲ ਹੈ ਤੇ ਉਹਦੇ ਅੰਦਰ ਫਲੈਜਲਮ ਹੈ, ਤੇ ਛੋਟੀ ਛੋਟੀ ਚੀਜ਼ਾਂ ਧਿਆਨ ਰੱਖਣੀਆਂ ਔਰ ਇੱਕ ਕੁਐਸਚਨ ਬਣ ਜਾਂਦੇ ਹੁੰਦੇ ਨੇ। ਹੁਣ ਆਉਂਦੇ ਕਿ though the bacterial structure is very simple, they are very complex in behavior. Structure simple ਹੈ ਬਟ ਇਹਨਾਂ ਦਾ ਜਿਹੜਾ ਬਿਹੇਵੀਅਰ ਹੈ ਉਹ ਬਹੁਤ ਕੰਪਲੈਕਸ ਹੈ। Compared to many other organisms, bacteria as a group show the most extensive metabolic diversity. ਇਹਨਾਂ ਕੋਲ ਕੀ ਹੁੰਦਾ ਹੈ? Most extensive metabolic diversity ਹੈ। ਹੁਣ ਜਿਹੜੇ ਕੁਝ ਬੈਕਟੀਰੀਆ ਹੈ ਉਹ ਆਟੋਟ੍ਰੋਫਿਕ ਹੈ, ਮਤਲਬ they synthesize their own food from inorganic substances। ਹੁਣ ਜਾਂ ਤਾਂ ਫੋਟੋਸਿੰਥੈਟਿਕ ਆਟੋਟ੍ਰੋਫ ਹੋ ਸਕਦੇ ਨੇ ਜਾਂ ਫਿਰ ਕੀਮੋਸਿੰਥੈਟਿਕ ਆਟੋਟ੍ਰੋਫ ਹੋ ਸਕਦੇ ਨੇ। ਹੁਣ ਜਿਹੜੇ ਵਾਸਟ ਮੈਜੋਰਿਟੀ ਹੈ ਬਟ ਉਹ ਹੈ ਹੈਟਰੋਟ੍ਰੋਫਸ, ਮਤਲਬ ਉਹ ਦੂਜੇ ਦੇ ਉੱਤੇ ਡਿਪੈਂਡ ਕਰਦੇ ਨੇ ਆਪਣੀ ਨਿਊਟ੍ਰੀਸ਼ਨ ਲਈ, ਜਾਂ ਤਾਂ ਦੂਜੇ ਆਰਗੈਨਿਜ਼ਮ ਤੇ ਡਿਪੈਂਡ ਕਰਦੇ ਨੇ ਜਾਂ ਫਿਰ ਉਹ ਡੈਡ ਡਿਕੇਇੰਗ ਆਰਗੈਨਿਕ ਮੈਟਰ ਤੇ ਡਿਪੈਂਡ ਕਰਦੇ ਨੇ। ਹੁਣ ਜਿਹੜਾ ਕਿੰਗਡਮ ਮੋਨੇਰਾ ਹੈ ਉਹਦੇ ਅੰਦਰ ਫਰਦਰ ਕਲਾਸੀਫਿਕੇਸ਼ਨ ਹੈ, ਤਾਂ ਉਹ ਕਲਾਸੀਫਿਕੇਸ਼ਨ ਦੇ ਅੰਦਰ ਕਿਹੜੇ ਕਿਹੜੇ ਗਰੁੱਪਸ ਅੰਦਰ ਡਿਵਾਈਡ ਕੀਤਾ ਗਿਆ? ਆਰਕੇ ਬੈਕਟੀਰੀਆ ਤੇ ਯੂ ਬੈਕਟੀਰੀਆ, ਤੇ ਉਸ ਤੋਂ ਬਾਅਦ ਆਰਕੇ ਬੈਕਟੀਰੀਆ ਯੂ ਬੈਕਟੀਰੀਆ ਤੋਂ ਬਾਅਦ ਕੀਤਾ ਗਿਆ ਮਾਈਕੋਪਲਾਜ਼ਮਾ ਨੂੰ ਵੀ ਡਿਫਾਈਨ ਕੀਤਾ ਗਿਆ, ਉਹ ਆਪਾਂ ਅੱਗੇ ਪੜ੍ਹਦੇ ਹੋਵਾਂਗੇ। ਤੇ ਸਭ ਤੋਂ ਪਹਿਲਾਂ ਆਉਂਦਾ ਆਰਕੇ ਬੈਕਟੀਰੀਆ। ਜਿਹੜਾ ਆਰਕੇ ਬੈਕਟੀਰੀਆ ਹੁੰਦੇ ਸਪੈਸ਼ਲ ਹੈ ਸਿੰਸ some of them some of the most harsh habitats such as extreme salty areas, ਉਹਨਾਂ ਦੇ ਜਿਹੜੇ ਆਰਗੈਨਿਜ਼ਮ ਰਹਿੰਦੇ ਉਹਨਾਂ ਨੂੰ ਕੀ ਬੋਲਦੇ ਨੇ? ਹੈਲੋਫਾਈਲਸ। ਐਕਸਟ੍ਰੀਮ ਸਾਲਟੀ ਏਰੀਆਸ, ਹੌਟ ਸਪ੍ਰਿੰਗਸ, ਥਰਮੋਐਸਿਡੋਫਿਲਸ ਤੇ ਮਾਰਸ਼ ਏਰੀਆ ਮਿਥੈਨੋਜਨਸ, ਉਹ ਸਾਰੇ ਕੀ ਹੁੰਦੇ ਨੇ? ਆਰਕੇ ਬੈਕਟੀਰੀਆਸ। ਤੇ ਦੇ ਡਿਫਰ ਫਰਮ ਅਦਰ ਬੈਕਟੀਰੀਆ ਇਨ ਹੈਵਿੰਗ ਡਿਫਰੈਂਟ ਸੈਲ ਵਾਲ ਸਟਰਕਚਰ। ਇਹਨਾਂ ਦਾ ਜਿਹੜਾ ਡਿਫਰੈਂਟ ਸੈਲ ਵਾਲ ਸਟਰਕਚਰ ਹੈ ਇਹੀ ਰਿਸਪੌਂਸਿਬਲ ਹੈ ਕਿ ਇਹ ਇੰਨੇ ਐਕਸਟ੍ਰੀਮ ਦੇ ਅੰਦਰ ਰਹਿ ਸਕਦੇ ਨੇ, ਐਕਸਟ੍ਰੀਮ ਕੰਡੀਸ਼ਨਸ ਦੇ ਅੰਦਰ। ਹੁਣ ਜਿਹੜੇ ਮਿਥੈਨੋਜਨਸ ਹੁੰਦੇ ਨੇ ਦੇ ਆਰ ਪ੍ਰੈਜ਼ੈਂਟ ਇਨ ਗਟ ਆਫ ਸੈਵਰਲ ਰੂਮੀਨੈਂਟ ਐਨੀਮਲਸ। ਕਿੰਨਾਂ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਨੇ? ਗਟ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਨੇ ਰੂਮੀਨੈਂਟ ਐਨੀਮਲਸ ਦੇ, ਜਿਵੇਂ ਕਿ ਕਾਓ, ਬਫੈਲੋ। ਤੇ ਰਿਸਪੌਂਸਿਬਲ ਹੁੰਦੇ ਨੇ ਉਹਨਾਂ ਦੀ ਗਟ ਦੇ ਅੰਦਰ ਮਿਥੇਨ ਗੈਸ ਜਾਂ ਫਿਰ ਬਾਇਓਗੈਸ ਦੀ ਪ੍ਰੋਡਕਸ਼ਨ ਲਈ ਫਰੋਮ ਦਾ ਡੰਕ। ਹੁਣ ਉਸ ਤੋਂ ਬਾਅਦ ਜਿਹੜੇ ਕੁਝ ਇਹਨਾਂ ਦੇ ਅੰਦਰ ਆਪਾਂ ਕੁਝ ਕੁਝ ਪੁਆਇੰਟਸ ਐਡ ਕਰਦੇ ਨੇ ਤੇ ਐਗਜ਼ਾਮਪਲ ਐਡ ਕਰਦੇ ਹਾਂ। ਹੁਣ
ਸਭ ਤੋਂ ਪਹਿਲਾਂ ਤਾਂ ਆ ਗਿਆ ਕਿ ਜਿਹੜੇ ਹੈਲੋਫਾਈਲਸ ਹੁੰਦੇ ਨੇ, ਹੈਲੋਫਾਈਲਸ ਹੈ ਉਨ ਨੇਚਰ ਕਿਵੇਂ ਉਹਨਾਂ ਦਾ, ਹੈਲੋਫਾਈਲਸ ਦਾ ਜਿਹੜੇ ਹੈਲੋਫਾਈਲਸ ਹੁੰਦੇ ਨੇ ਉਹ ਹੈਟਰੋਟ੍ਰੋਫ ਹੁੰਦੇ ਨੇ, ਹੈਟਰੋਟ੍ਰੋਫ। ਤੇ ਉਸ ਤੋਂ ਇਲਾਵਾ ਹੁੰਦੇ ਨੇ ਆਬਲੀਗੇਟ ਐਨਾਰੋਬ। ਫਿਰ ਆਂਦੇ ਥਰਮੋਐਸਿਡੋਫਿਲਸ, ਥਰਮੋਐਸਿਡੋਫਿਲਸ ਹੈਗੇ ਨੇ ਕੀਮੋਟ੍ਰੋਫ, ਕੀਮੋ ਆਟੋਟ੍ਰੋਫ। ਤੇ ਉਸ ਤੋਂ ਇਲਾਵਾ ਇਹ ਹੈਗੇ ਨੇ ਫੈਕਲਟੇਟਿਵ ਐਨਾਰੋਬ। ਹੁਣ ਫੈਕਲਟੇਟਿਵ ਐਨਾਰੋਬ ਦਾ ਇਹ ਮਤਲਬ ਹੈ ਕਿ ਯੂਜਲੀ ਤਾਂ ਉਹ ਐਰੋਬਿਕ ਹੈ, ਬਟ ਜਦੋਂ ਇਵਨ ਡਿਪੈਂਡਿੰਗ ਔਨ ਦੀ ਕੰਡੀਸ਼ਨਸ ਉਹ ਐਨਾਰੋਬਿਕ ਰੈਸਪੀਰੇਸ਼ਨ ਵੀ ਕਰ ਸਕਦੇ। ਹੁਣ ਆ ਜਾਂਦੇ ਮਿਥੈਨੋਜਨਸ, ਮਿਥੈਨੋਜਨਸ। ਮਿਥੈਨੋਜਨਸ ਕੀ ਹੁੰਦੇ ਨੇ? ਇਹ ਹੁੰਦੇ ਨੇ obligate anaerobes ਤੇ ਕੀਮੋ ਆਟੋਟ੍ਰੋਫਸ। ਇਹ ਵੀ ਕੀ ਹੈ? ਕੀਮੋ ਆਟੋਟ੍ਰੋਫਸ ਤੇ obligate anaerobes। ਉਸ ਤੋਂ ਇਲਾਵਾ ਆਂਦਾ ਕੁਝ ਰੂਮੀਨੈਂਟ ਐਨੀਮਲਸ ਦੇ ਜਿਹੜੇ ਆਪਾਂ ਨੂੰ ਮਿਥੈਨੋਜਨਸ ਮਿਲਦੇ ਨੇ, ਉਹਨਾਂ ਦੀ ਐਗਜ਼ਾਮਪਲਸ ਕੀ ਕੀ ਨੇ? ਰੂਮੀਨੈਂਟ ਜਿਹੜੇ ਅੰਦਰ ਮਿਲਦੇ ਨੇ ਉਹਨਾਂ ਦੀ ਐਗਜ਼ਾਮਪਲਸ ਹੈ ਜੈਸੇ ਰੂਮੈਨੋਕੋਕਸ ਤੇ ਮਿਥਾਨੋਬੈਕਟੀਰੀਅਮ। ਮਿਥਾਨੋਬੈਕਟੀਰੀਅਮ ਤੇ ਜਿਹੜੇ ਡੰਗ ਦੇ ਅੰਦਰ ਮਿਲਦੇ ਨੇ ਉਹਨਾਂ ਦੀ ਐਗਜ਼ਾਮਪਲ ਹੈ ਮਿਥਾਨੋਕੋਕਸ, ਮਿਥਾਨੋਬੈਕਟੀਰੀਅਮ। ਹੁਣ ਜਿਹੜੇ ਆ ਨੇਮਸ ਨੇ ਨਾ ਬੈਕਟੀਰੀਆ ਦੇ, ਆਰਕੀਬੈਕਟੀਰੀਆ ਦੇ, ਮਿਥੈਨੋਜਨਸ ਦੇ, ਇਹ ਕਲਾਸ 12th ਤੇ ਬਾਇਓਲੋਜੀ ਦੇ ਅੰਦਰ ਇੱਕ ਚੈਪਟਰ ਹੈ ਕਿ ਮਤਲਬ ਬਾਇਓਲੋਜੀਕਲ ਵੈਲਫੇਅਰ ਕਰਕੇ ਕਿ ਆਪਾਂ ਨੂੰ ਮਾਈਕਰੋ ਆਰਗੈਨ ਸੌਰੀ ਮਾਈਕਰੋਬਸ ਐਂਡ ਹਿਊਮਨ ਵੈਲਫੇਅਰ ਕਰਕੇ ਇੱਕ ਚੈਪਟਰ ਹੈ ਜਿਹਦੇ ਅੰਦਰ ਆਉਂਦਾ ਕਿ ਜਿਹੜੇ ਮਾਈਕਰੋ ਆਰਗੈਨਿਜ਼ਮਸ ਹੈ ਉਹ ਹਿਊਮਨਸ ਲਈ ਕਿਵੇਂ ਯੂਜ਼ਫੁਲ ਹੁੰਦੇ ਨੇ। ਤੇ ਉਹਦੇ ਅੰਦਰ ਇੱਕ ਚੈਪਟਰ ਦੇ ਅੰਦਰ ਇੱਕ ਯੂਨਿਟ ਹੈ, ਮਤਲਬ ਸੈਗਮੈਂਟ ਹੈ ਚੈਪਟਰ ਦੇ ਅੰਦਰ, ਬਾਇਓਗੈਸ ਪ੍ਰੋਡਕਸ਼ਨ। तो ਉਹਦੇ ਅੰਦਰ ਵੀ ਇਹ ਸੇਮ ਬੈਕਟੀਰੀਆ ਦੇ ਨਾਮ ਹੈ। ਤੇ ਐਵੇਂ ਕਰਕੇ ਹਮੇਸ਼ਾ ਕੋਰਿਲੇਟ ਕਰਕੇ ਜਾਂ ਇੰਟਰ ਰਿਲੇਟ ਕਰਕੇ ਚੀਜ਼ਾਂ ਨੂੰ ਯਾਦ ਰੱਖਣਾ। ਫਿਰ ਉਸ ਤੋਂ ਬਾਅਦ ਆਉਂਦੇ ਯੂ ਬੈਕਟੀਰੀਆ। ਯੂ ਬੈਕਟੀਰੀਆ ਜਿਹੜਾ ਹੁੰਦਾ ਉਹਦੇ ਅੰਦਰ ਹੈ ਕਿ ਇਹਦੇ ਅੰਦਰ 1000 ਡਿਫਰੈਂਟ ਟਾਈਪਸ ਆਫ ਬੈਕਟੀਰੀਆ ਹੁੰਦੇ ਨੇ ਤੇ ਉਹਨਾਂ ਨੂੰ ਯੂ ਬੈਕਟੀਰੀਆ ਨੂੰ ਬੋਲਦੇ ਨੇ ਟਰੂ ਬੈਕਟੀਰੀਆ। ਠੀਕ ਹੈ। ਦੇ ਆਰ ਕੈਰੈਕਟਰਾਈਜ਼ਡ ਬਾਈ ਪ੍ਰੈਜ਼ੈਂਸ ਆਫ ਰਿਜਿਡ ਸੈਲ ਵਾਲ ਹੁੰਦਾ ਇਹਨਾਂ ਦਾ, ਤੇ ਅਗਰ ਮੋਟਾਈਲ ਹੈ ਤੇ ਇੱਕ ਫਲੈਜਲਮ ਵੀ ਪ੍ਰੈਜ਼ੈਂਟ ਹੁੰਦਾ ਹੈ। ਹੁਣ ਉਸ ਤੋਂ ਇਲਾਵਾ ਆਉਂਦੇ ਬਲੂ ਗ੍ਰੀਨ ਬੈਕਟੀਰੀਆ ਜਾਂ ਫਿਰ ਸਾਈਨੋਬੈਕਟੀਰੀਆ। ਇਹਨਾਂ ਦੇ ਅੰਦਰ ਕੀ ਹੁੰਦੇ? ਦੇ ਹੈਵ ਕਲੋਰੋਫਿਲ ਏ ਸਿਮਿਲਰ ਟੂ ਗ੍ਰੀਨ ਪਲਾਂਟਸ ਐਂਡ ਆਰ ਫੋਟੋਸਿੰਥੈਟਿਕ ਆਟੋਟ੍ਰੋਫਸ। ਠੀਕ ਹੈ। ਹੁਣ ਜਿਹੜੇ ਸਾਈਨੋਬੈਕਟੀਰੀਆ ਹੁੰਦੇ ਨੇ ਉਹ ਯੂਨੀਸੈਲੂਲਰ ਹੁੰਦੇ ਨੇ, ਕਲੋਨੀਅਲ ਜਾਂ ਫਿਰ ਫਿਲਾਮੈਂਟਸ ਹੁੰਦੇ ਨੇ, ਫਰੈਸ਼ ਵਾਟਰ ਜਾਂ ਮਰੀਨ ਹੋਣਗੇ ਜਾਂ ਫਿਰ ਟੈਰੇਸਟਰੀਅਲ ਐਲਗੇ ਹੋਣਗੇ। ਮਤਲਬ ਫਰੈਸ਼ ਵਾਟਰ ਦੇ ਅੰਦਰ ਵੀ ਮਿਲਣਗੇ, ਮਰੀਨ ਦੇ ਹੈਬਿਟੈਟ ਵੀ ਤੇ ਟੈਰੇਸਟਰੀਅਲ ਦੇ ਅੰਦਰ ਵੀ। ਇਹ ਹੁਣ ਜਨਰਲੀ ਕਲੋਨੀਜ਼ ਦੇ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਨੇ, ਕਲੋਨੀਜ਼ ਫਾਰਮ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਨੇ, ਮਤਲਬ ਇੱਕ ਗਰੁੱਪ ਦੇ ਅੰਦਰ। ਤੇ ਉਹਨਾਂ ਦੇ ਆਰ ਸਰਾਊਂਡਡ ਬਾਈ ਜੈਲੇਟਿਨਸ ਸ਼ੀਥ। ਕਲੋਨੀਜ਼ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਨੇ ਤੇ ਜੈਲੇਟਿਨਸ ਸ਼ੀਥ ਪ੍ਰੈਜ਼ੈਂਟ ਹੁੰਦੀ ਹੈ ਇਹਨਾਂ ਦੇ ਅੰਦਰ। ਤੇ ਆਫਨ ਫਾਰਮਸ ਬਲੂਮ ਇਨ ਪੋਲਿਊਟਡ ਵਾਟਰ ਬੋਡੀਜ਼। ਜਿਹੜੇ ਆਪਾਂ ਨੇ ਆਪਣੇ ਆਸ-ਪਾਸ ਸਟੈਗਨੈਂਟ ਵਾਟਰ ਦੇਖਦੇ ਨਾ ਉਹਦੇ ਅੰਦਰ ਇੱਕ ਗ੍ਰੀਨ ਕਲਰ ਦੀ ਲੇਅਰ ਪ੍ਰੈਜ਼ੈਂਟ ਹੁੰਦੀ ਹੈ, ਉਹ ਇਹਨਾਂ ਦੀ ਹੁੰਦੀ ਹੈ। These organisms can fix atmospheric nitrogen in specialized cells called heterocysts। ਇਹ ਕੀ ਕਰ ਸਕਦੇ ਨੇ? ਐਟਮੋਸਫੇਰਿਕ ਨਾਈਟ੍ਰੋਜਨ ਨੂੰ ਫਿਕਸ ਕਰ ਸਕਦੇ ਨੇ। ਤੇ ਇਹਨਾਂ ਕੋਲ ਸਪੈਸ਼ਲਿਸਟ ਸੈਲਸ ਹੁੰਦੇ ਨੇ ਜਿਨ੍ਹਾਂ ਨੂੰ ਬੋਲਦੇ ਹੈ ਹੈਟਰੋਸਿਸਟ। ਤੇ ਹੈਟਰੋਸਿਸਟ ਕਿਹਦੇ ਅੰਦਰ ਪ੍ਰੈਜ਼ੈਂਟ ਹੁੰਦੇ ਨੇ? ਜਿਵੇਂ ਕਿ ਨੋਸਟੋਕ ਤੇ ਐਨਾਬੀਨਾ। ਹੁਣ ਜਿਹੜੇ ਬੈਕਟੀਰੀਆ ਹੁੰਦੇ ਨੇ ਕੀਮੋਸਿੰਥੈਟਿਕ ਆਟੋਟ੍ਰੋਫ,
ਇਹ ਆਕਸੀਡਾਈਜ਼ ਕਰਦੇ ਨੇ ਵੇਰੀਅਸ ਇਨਆਰਗੈਨਿਕ ਸਬਸਟੈਂਸਸ ਨੂੰ, ਜਿਵੇਂ ਕਿ ਕੀ ਕਰਦੇ ਨੇ, ਆਕਸੀਡਾਈਜ਼ ਕਰਦੇ ਨੇ ਵੇਰੀਅਸ ਇਨਆਰਗੈਨਿਕ ਸਬਸਟੈਂਸਸ ਨੂੰ, ਜਿਵੇਂ ਕਿ ਨਾਈਟ੍ਰੇਟਸ, ਨਾਈਟ੍ਰਾਈਟਸ, ਅਮੋਨੀਆ ਐਂਡ ਯੂਜ਼ ਤੇ ਰਿਲੀਜ਼ એનર્ਜੀ ਫॉर ਏਟੀਪੀ ਪ੍ਰੋਡਕਸ਼ਨ। ਠੀਕ ਹੈ। ਹੁਣ ਦੇ ਆਲਸੋ ਪਲੇ ਅ ਗ੍ਰੇਟ ਰੋਲ ਇਨ ਰੀਸਾਈਕਲਿੰਗ ਨਿਊਟ੍ਰੀਐਂਟਸ। ਇਹਨਾਂ ਦਾ ਵੀ ਬਹੁਤ ਇੰਪੋਰਟੈਂਟ ਰੋਲ ਹੈ ਇਨ ਰੀਸਾਈਕਲਿੰਗ ਨਿਊਟ੍ਰੀਐਂਟਸ। ਕਿਹੜੇ ਕਿਹੜੇ? ਨਾਈਟ੍ਰੋਜਨ, ਫਾਸਫੋਰਸ, ਆਇਰਨ ਤੇ ਸਲਫਰ। ਠੀਕ ਹੈ। ਫਿਰ ਉਸ ਤੋਂ ਬਾਅਦ ਅੱਗੇ ਆ ਜਾਂਦੇ ਨੇ ਕੁਝ ਹੋਰ ਪੁਆਇੰਟ ਸਾਇਨੋਬੈਕਟੀਰੀਆ ਦੇ ਬਾਰੇ। ਜਿਹੜਾ ਸਾਇਨੋਬੈਕਟੀਰੀਆ ਹੈ ਨਾ, ਉਹ ਫਲੈਜਲਾ ਨੂੰ ਲੈਕ ਕਰਦਾ, ਫਲੈਜਲਾ ਨਹੀਂ ਪ੍ਰੈਜ਼ੈਂਟ ਹੁੰਦਾ ਉਹਨਾਂ ਦੇ ਅੰਦਰ, ਤੇ ਸਾਇਨੋਫਿਸ਼ਨ ਸਟਾਰਚ ਗ੍ਰੈਨੂਲਸ ਪ੍ਰੈਜ਼ੈਂਟ ਹੁੰਦੇ ਨੇ। ਇਹਨਾਂ ਦੇ ਕੁਝ ਹੁਣ ਐਗਜ਼ਾਮਪਲਸ ਹੈ ਸਾਇਨੋਬੈਕਟੀਰੀਆ ਦੀ। ਹੁਣ ਸਾਇਨੋਬੈਕਟੀਰੀਆ ਦੇ ਅੰਦਰ यूनिसेलुलर है था, यूनिसेलुलर है तो स्पाइरुलिना। हाँ, स्पाइरुला, स्पाइरुलिना नहीं, स्पाइरुला। ਉਸ ਤੋਂ ਬਾਅਦ ਅਗਰ ਕਲੋਨੀਅਲ ਫਾਰਮ ਦੇ ਅੰਦਰ ਪ੍ਰੈਜ਼ੈਂਟ ਹੁੰਦਾ, ਕਲੋਨੀਅਲ ਮਤਲਬ ਬਹੁਤ ਸਾਰੇ ਆਰਗੈਨਿਜ਼ਮਸ ਇੱਕ ਕਲੋਨੀ ਬਣਾ ਕੇ ਰਹਿੰਦੇ ਨੇ ਤੇ ਉਹਨਾਂ ਦੇ ਆਸ-ਪਾਸ ਦੇ ਕਵਰਡ ਬਾਈ ਜੈਲੇਟਿਨਸ ਸ਼ੀਟ। तो ਆਪਾਂ ਨੂੰ ਮਿਲੇਗਾ ਐਨਾਬਿਨਾ ਤੇ ਮਾਈਕਰੋਸਿਸਟਸ ਦੇ ਅੰਦਰ। ਉਸ ਤੋਂ ਬਾਅਦ ਫਿਲਾਮੈਂਟਸ ਆਪਾਂ ਨੂੰ ਮਿਲਣਗੇ ऑसिलेटोरिया लेटोरिया ਤੇ ਨੋਸਟॉक। ਫਿਰ ਜਿਹੜਾ ਹੁਣ ਫਿਲਾਮੈਂਟ ਆਫ ਬਲੂ ਗ੍ਰੀਨ ਐਲਗੀ ਜਾਂ ਸਾਇਨੋਬੈਕਟੀਰੀਅਮ ਨੂੰ ਕੀ ਬੋਲਦੇ ਨੇ? ਟ੍ਰਾਈਕੋਮ। ਫਿਲਾਮੈਂਟ ਆਫ BGA। ਠੀਕ ਹੈ। ਹੁਣ ਇਹਨਾਂ ਦੇ ਜਿਹੜੇ ਫੋਟੋਸਿੰਥੈਟਿਕ ਪਿਗਮੈਂਟਸ ਹੁੰਦੇ ਨੇ ਕਿਹੜੇ ਕਿਹੜੇ ਹੁੰਦੇ ਨੇ? ਇੱਕ ਤਾਂ ਕਲੋਰੋਫਿਲ A ਪ੍ਰੈਜ਼ੈਂਟ ਹੁੰਦਾ, ਉਸ ਤੋਂ ਇਲਾਵਾ ਕੈਰੋਟੀਨੋਇਡਸ ਵੀ ਹੁੰਦੇ ਨੇ, ਫਿਰ ਸੀ ਫਾਈਕੋਸਾਈਨਿਨ ਵੀ ਹੁੰਦਾ, ਫਾਈਕੋਸਾਈਨਿਨ। ਉਸ ਤੋਂ ਬਾਅਦ ਸੀ ਫਾਈਕੋਰੈਥਰਿਨ। ਬਸ ਜਿਵੇਂ ਸਾਈਨਿਨ ਪ੍ਰੈਜ਼ੈਂਟ ਹੁੰਦਾ ਗ੍ਰੀਨ ਪਲਾਂਟਸ ਦੇ ਅੰਦਰ, ਉਹਦੇ ਤੇ ਫਾਈਕੋ ਐਡ ਕਰਕੇ ਜਾਂ ਫਿਰ ਸੀ ਫਾਈਕੋ ਐਡ ਕਰਕੇ ਉਹ ਬਲੂ ਗ੍ਰੀਨ ਐਲਗੀ ਦੇ ਅੰਦਰ। ਫਿਰ ਉਸ ਤੋਂ ਇਲਾਵਾ ਆਉਂਦਾ ਐਲੋਫਾਈਕੋਸਾਈਨਿਨ, ਉਹ ਪ੍ਰੈਜ਼ੈਂਟ ਹੁੰਦਾ ਫੋਟੋਸਿੰਥੈਟਿਕ ਪਿਗਮੈਂਟਸ। ਅੱਗੇ ਆਉਂਦਾ ਹੈਟਰੋਟ੍ਰੋਫਿਕ ਬੈਕਟੀਰੀਆ। ਜਿਹੜੇ ਹੈਟਰੋਟ੍ਰੋਫਿਕ ਬੈਕਟੀਰੀਆ ਹੈ ਉਹ ਹੈ ਮੋਸਟ ਅਬੰਡੈਂਟ ਇਨ ਨੇਚਰ ਤੇ ਦੇ ਆਰ ਦ ਮੈਜੋਰਿਟੀ ਆਰ ਇੰਪੋਰਟੈਂਟ ਡੀਕੰਪੋਜ਼ਰਸ। ਮੋਸਟ ਅਬੰਡੈਂਟ ਹੁੰਦੇ ਨੇ ਤੇ ਮੈਜੋਰਿਟੀ ਉਹ ਹੁੰਦੇ ਨੇ ਡੀਕੰਪੋਜ਼ਰਸ। ਮੈਨੀ ਆਫ them have impact on human affairs, ਜਿਵੇਂ ਕਿ ਉਹ ਮੇਕਿੰਗ ਇਨ ਕਰਡ ਫਰਮ ਮਿਲਕ ਦੇ ਅੰਦਰ ਹੈਲਪ ਕਰਦੇ ਨੇ, ਐਂਟੀਬਾਇਓਟਿਕਸ ਪ੍ਰੋਡਕਸ਼ਨ ਦੇ ਅੰਦਰ, ਫਿਕਸਿੰਗ ਨਾਈਟ੍ਰੋਜਨ ਇਨ ਲੈਗੂਮੀਨਸ ਪਲਾਂਟਸ ਤੇ ਰੂਟਸ ਦੇ ਅੰਦਰ, ਤੇ ਕੁਝ ਉਹਨਾਂ ਦੇ ਅੰਦਰ ਪੈਥੋਜੈਨਿਕ ਵੀ ਹੁੰਦੇ ਨੇ ਜਿਹੜੇ ਹਿਊਮਨ ਬੀਇੰਗਸ, ਕ੍ਰੌਪਸ ਤੇ ਫਾਰਮ ਐਨੀਮਲਸ ਤੇ ਪੈਟਸ ਨੂੰ ਅਫੈਕਟ ਕਰਦੇ ਨੇ। ਹੁਣ ਕਾਲਰਾ ਵਗੈਰਾ ਹੈ, ਜਿਵੇਂ ਕਿ ਕਾਲਰਾ, ਟਾਈਫਾਇਡ, ਟੈਟਨਸ, ਇਹ ਸਾਰੇ ਡਿਜ਼ੀਜ਼ਸ ਕਾਜ਼ ਕਰਦੇ ਨੇ ਇਹ ਸਾਰੇ ਬੈਕਟੀਰੀਆਸ। ਫਿਰ ਉਸ ਤੋਂ ਬਾਅਦ ਆਉਂਦੇ ਕੁਝ ਜਿਹੜੇ ਬੈਕਟੀਰੀਆ ਹੁੰਦੇ ਨੇ ਉਹ ਰੀਪਰੋਡਿਊਸ ਕਰਦੇ ਨੇ ਬਾਈ ਮੇਨਲੀ ਬਾਈ ਫਿਜ਼ਨ। ਫਿਜ਼ਨ ਹੋ ਗਏ ਤੇ ਕੁਝ ਜਿਹੜੇ ਅਨਫੇਵਰੇਬਲ ਕੰਡੀਸ਼ਨਸ ਦੇ ਅੰਡਰ ਕੀ ਕਰਦੇ ਨੇ? ਸਪੋਰਸ ਵੀ ਪ੍ਰੋਡਿਊਸ ਕਰਦੇ ਨੇ। They also reproduce by sort of sexual reproduction by adopting a primitive type of DNA transfer from one bacterium to another। ਕੀ ਹੁੰਦਾ ਕਿ they also reproduce by a sort of sexual reproduction by adopting a primitive type of DNA transfer from one bacterium to another। ਉਸ ਤੋਂ ਇਲਾਵਾ ਹੁਣ ਇੱਕ ਹੋਰ ਕਲਾਸ ਆਉਂਦੀ ਇਹਨਾਂ ਦੇ ਅੰਦਰ ਮਾਈਕੋਪਲਾਜ਼ਮਾ ਕਰਕੇ। ਜਿਹੜੇ ਮਾਈਕੋਪਲਾਜ਼ਮਾ ਹੁੰਦੇ ਨੇ ਉਹ ਆਰਗੈਨਿਜ਼ਮਸ ਹੁੰਦੇ ਨੇ ਜਿਹੜੇ ਕੰਪਲੀਟਲੀ ਸੈਲ ਵਾਲ ਨੂੰ ਲੈਕ ਕਰਦੇ ਨੇ। ਮਾਈਕੋਪਲਾਜ਼ਮਾ ਕੰਪਲੀਟਲੀ ਲੈਕ ਅ ਸੈਲ ਵਾਲ ਤੇ ਸਮੋਲੈਸਟ ਲਿਵਿੰਗ ਸੈਲਸ ਨੋਨ ਹੈ ਤੇ ਦੇ ਕੈਨ ਸਰਵਾਈਵ ਵਿਦਆਊਟ ਆਕਸੀਜਨ। ਹੁਣ ਜਿਹੜੇ ਮਾਈਕੋਪਲਾਜ਼ਮਾ ਹੁੰਦੇ ਨੇ
ਇਹ ਹੁੰਦੇ ਨੇ ਪੈਥੋਜੈਨਿਕ ਇਨ ਪਲਾਂਟਸ ਤੇ ਐਨੀਮਲਸ। ਹੁਣ ਉਸ ਤੋਂ ਇਲਾਵਾ ਕੁਝ ਕੁਝ ਹੋਰ ਇੰਪੋਰਟੈਂਟ ਪੁਆਇੰਟਸ ਹੈ ਜਿਹੜੇ ਆਪਾਂ ਡਿਸਕਸ ਕਰਦੇ ਹਾਂ ਮੌਨਰਾ ਦੇ ਬਾਰੇ। ਨਾ ਦੇਖੀ ਜਿਵੇਂ ਕਿ ਉੱਪਰ ਆਪਾਂ ਨੇ ਕੁਝ ਡਿਸੀਜ਼ਸ ਦੇਖੇ ਸੀਗੇ। ਹਾਂ ਜਿਵੇਂ ਕਿ सिट्रस कैंकर है। सिट्रस कैंकर कौन कॉज करता है? ये बैक्टीरियल नाम है लैंथोमोनास सिट्रस सिट्री लैंथोमोनास सिट्री। फिर उस तो बाद आ ਜਾਂਦਾ ਇੱਕ ਹੋਰ ਆਂਦਾ ਜਿਵੇਂ ਕਿ ਆਪਾਂ ਹੁਣ ਡਾਇਗਰਾਮ ਦੇਖ ਰਹੇ ਇਹ ਪ੍ਰਿਮਿਟਿਵ ਹੈ ਟਾਈਪ ਆਫ ਪ੍ਰਿਮਿਟਿਵ ਤਾਂ ਨਹੀਂ ਇਹ ਫਿਜ਼ਨ ਵੀ ਡਿਫਾਈਨ ਕਰ ਸਕਦਾ। ਜਿਹੜਾ ਪ੍ਰਿਮਿਟਿਵ ਸੋਰਟ ਆਫ ਸੈਕਸ਼ੂਅਲ ਰਿਪਰੋਡਕਸ਼ਨ ਹੁੰਦਾ ਉਹਦੇ ਅੰਦਰ ਕੀ ਹੁੰਦਾ ਕਿ ਮੈਂ ਟ੍ਰਾਂਸਡਕਸ਼ਨ ਤੇ ਬਾਕੀ ਪ੍ਰੋਸੀਜਰਸ ਨੇ। ਟ੍ਰਾਂਸਡਕਸ਼ਨ ਦੇ ਅੰਦਰ ਤਾਂ ਕੀ ਹੁੰਦਾ ਕਿ ਬੈਕਟੀਰੀਓਫੇਜਸ ਵੀ ਰਿਲੇਟਡ ਹੁੰਦੇ ਨੇ ਤੇ ਉਹਨਾਂ ਦੇ ਥਰੂ ਟ੍ਰਾਂਸਫਰ ਹੁੰਦਾ ਹੈ ਜੈਨੇਟਿਕ ਮਟੀਰੀਅਲ। ਫਿਰ ਉਸ ਤੋਂ ਬਾਅਦ ਆਉਂਦੇ ਇੱਕ ਐਕਟੀਨੋਮਾਈਸਿਸ ਕਰਕੇ ਹੁੰਦਾ ਜਿਹੜਾ ਐਕਟੀਨੋਮਾਈਸਿਸ ਹੁੰਦਾ ਇੱਕ ਫਿਲਾਮੈਂਟਸ ਬੈਕਟੀਰੀਆ ਹੁੰਦਾ ਤੇ ਮਾਈਸੀਲੀਅਲ ਬੈਕਟੀਰੀਆ ਵੀ ਹੁੰਦਾ ਤੇ ਉਹਨੂੰ ਰੇ ਫੰਜਾਈ ਵੀ ਬੋਲਦੇ ਨੇ। ਉਹ ਕੀ ਕਰਦੇ ਕਿ ਉਹ ਨਾਈਟ੍ਰੋਜਨ ਫਿਕਸ ਕਰ ਸਕਦਾ ਹੈ ਤੇ ਜਿਹੜੇ ਬਹੁਤ ਸਾਰੇ ਐਂਟੀਬਾਇਓਟਿਕਸ ਵੀ ਹੈ ਉਹਨਾਂ ਉਹਦੇ ਥਰੂ ਐਕਸਟ੍ਰੈਕਟ ਹੁੰਦੀਆਂ ਨੇ। ਕੀ ਬੋਲਿਆ ਮੈंने? ਐਕਟੀਨੋਮਾਈਸਿਸ ਐਂਟੀਬਾਇਓਟਿਕਸ ਮਿਲਦੇ ਨੇ ਆਪਾਂ ਨੂੰ ਇਹਦੇ ਥਰੂ ਤੇ ਕੈਨ ਫਿਕਸ ਨਾਈਟ੍ਰੋਜਨ। ਫਿਰ ਉਸ ਤੋਂ ਬਾਅਦ ਆਉਂਦੇ ਇੱਕ ਹੋਰ ਰਿਕੇਚੀਆ ਕਰਕੇ। ਜਿਹੜਾ ਰਿਕੇਚੀਆ ਹੈ ਇਹ ਕੀ ਹੁੰਦੇ ਨਾਨ ਮੋਟਾਈਲ ਤੇ ਇੰਟਰਾਸੈਲੂਲਰ ਪੈਰਾਸਾਈਟਸ ਹੁੰਦੇ ਨੇ ਤੇ ਕੁਝ ਫੀਵਰਸ ਕਾਜ਼ ਕਰਦੇ ਨੇ ਜਿਵੇਂ ਕਿ ਰੌਕੀ ਮਾਊਂटेन फीवर। एक बार आ चुके हैं कि बैक्टीरिया रॉकी माउंटेन फीवर इज कॉज्ड बाय बैक्टीरिया। तो ये दो चीज़ें याद रख लेना। ਇਸ ਤੋਂ ਇਲਾਵਾ ਹੁਣ ਜਿਹੜਾ ਮਾਈਕੋਪਲਾਜ਼ਮਾ ਹੈ ਨਾ ਮਾਈਕੋਪਲਾਜ਼ਮਾ ਇਜ਼ ਆਲਸੋ ਕਾਲਡ ਜੋਕਰ ਆਫ ਮਾਈਕਰੋਬਾਇਓਲੋਜੀ। ਇਹ ਕਿਉਂ ਬੋਲਦੇ ਨੇ ਕਿਉਂਕਿ ਇਹ ਹੈ ਤਾਂ ਮੋਨਰਾ ਦੇ ਅੰਦਰ ਕਲਾਸੀਫਾਈਡ ਬਟ ਇਹਦੇ ਅੰਦਰ ਸੈੱਲ ਵਾਲ ਵੀ ਕੰਪਲੀਟਲੀ ਲੈਕ ਕਰਦੇ ਤੇ ਬਿਨਾਂ ਆਕਸੀਜਨ ਤੋਂ ਵੀ ਸਰਵਾਈਵ ਕਰ ਸਕਦੇ। ਮਾਈਕਰੋਬਾਇਓਲੋਜੀ ਹੁਣ ਕੀ ਹੁੰਦਾ ਕਿ ਇਹ ਪਲੀਓਮੋਰਫਿਜ਼ਮ ਦਿਖਾਉਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਜਿਹੜਾ ਜੈਨੇਟਿਕ ਮਟੀਰੀਅਲ ਹੁੰਦਾ ਡਬਲ ਸਟ੍ਰੈਂਡਡ ਸਰਕੂਲਰ ਡੀਐਨਏ ਹੁੰਦਾ ਮੋਸਟਲੀ। ਇਹ ਕੀ ਹੁੰਦਾ ਕਿ शो प्लियोमॉर्फिज्म एक बहुत इंपॉर्टेंट पॉइंट है। प्लियोमॉर्फिज्म काफी बार पूछा जाता है क्योंकि ਇਹਨਾਂ ਕੋਲ ਸੈੱਲ ਵਾਲ ਤਾਂ ਪ੍ਰੈਜ਼ੈਂਟ ਹੈ ਨਹੀਂ ਸੈੱਲ ਵਾਲ ਤਾਂ ਐਬਸੈਂਟ ਹੈ ਤੇ ਆਪਣਾ ਸ਼ੇਪ ਚੇਂਜ ਕਰ ਸਕਦੇ ਹੁੰਦੇ ਨੇ। ਫਿਰ ਉਸ ਤੋਂ ਇਲਾਵਾ ਇਹਨਾਂ ਦਾ ਮੋਸਟਲੀ ਡਬਲ ਸਟ੍ਰੈਂਡਡ ਸਰਕੂਲਰ ਡੀਐਨਏ ਹੈ। ਇਸ ਤੋਂ ਇਲਾਵਾ ਕੁਝ ਜਿਹੜੇ ਡਿਜ਼ੀਜ਼ਸ ਮਾਈਕੋਪਲਾਜ਼ਮਾ ਕਾਜ਼ ਕਰਦੇ ਉਹਨਾਂ ਦੇ ਨਾਮ ਦੇਖ ਲੈਂਦੇ ਆਪਾਂ। ਮਾਈਕੋਪਲਾਜ਼ਮਾ ਦੇ ਅੰਦਰ ਜਿਹੜੇ ਪਲਾਂਟਸ ਹੈ ਉਹਦੇ ਅੰਦਰ ਆਣਗੇ लिटिल लीफ डिजीज ऑफ ब्रिंजल फिर ਉਸ ਤੋਂ ਬਾਅਦ ਆ ਜਾਂਦੇ बंची टॉप ऑफ पपाया। ऐसे जिन्होंने याद करने की जरूरत नहीं है बट एक बार नाम सुन लेना कि जब लिटिल लीफ डिजीज ऑफ ब्रिंजल हो गया बंची टॉप ऑफ पपाया फिर एस्टर येलो डिजीज ਤੇ ਐਨੀਮਲ ਦੇ ਅੰਦਰ ਕੀ ਕਰਦੇ ਇਹ ਮੇਲ ਸਟਰਲਿਟੀ ਕਰ ਸਕਦੇ ਤੇ ਬੋਬਾਈਨ ਪਲਿਊਰੋਨਿਮੋਨੀਆ ਕਰ ਸਕਦਾ। ਹੁਣ ਆਪਾਂ ਅਗਲੇ ਕਿੰਗਡਮ ਤੇ ਚੱਲਦੇ ਹਾਂ ਜਿਹਦਾ ਨਾਮ ਹੈ ਪ੍ਰੋਟਿਸਟਾ। ਜਿਹੜਾ ਪ੍ਰੋਟਿਸਟਾ ਹੈ ਉਹ ਸਾਰੇ ਕੀ ਹੁੰਦੇ ਨੇ ਸਿੰਗਲ ਸੈਲਡ ਯੂਕੈਰੀਓਟਸ ਹੁੰਦੇ ਨੇ ਤੇ ਇਹ ਸਾਰੇ ਪਲੇਸ ਹੁੰਦੇ ਨੇ ਪ੍ਰੋਟਿਸਟਾ ਦੇ ਅੰਦਰ ਤੇ ਇਹਨਾਂ ਦੀ ਐਸੇ ਬਾਉਂਡਰੀ ਵੈਲ ਡਿਫਾਈਨਡ ਨਹੀਂ ਹੈ ਕਿਉਂਕਿ ਇਹ ਫੋਟੋਸਿੰਥੈਟਿਕ ਵੀ ਹੋ ਸਕਦੇ ਨੇ
ਜਿਵੇਂ ਕਿ ਪਲਾਂਟਸ ਤੇ ਮੰਗੋ ਫੋਟੋਸਿੰਥੈਟਿਕ प्रोटिस्टन मे बी अ प्लांट या फिर ਜਿਵੇਂ क्राइसोफाइट्स हो गए डायनोफ्लैगेलेट्स हो गए यूग्लिनोइड्स स्लाइम मोल्ड्स ਤੇ प्रोटोजोन ਇਹ ਸਾਰੇ ਆਉਂਦੇ ਨੇ ਪ੍ਰੋਟਿਸਟਾ ਦੇ ਅੰਦਰ ਕੀ ਨਾਮ ਬੋਲੇ क्राइसोफाइट्स डायनोफ्लैगेलेट्स यूग्लिनोइड्स स्लाइम मोल्ड्स एंड प्रोटोजोन ਹੁਣ ਜਿਹੜਾ ਕੁਝ ਮੈਂਬਰ ਆਫ ਪ੍ਰੋਟੋਜ਼ੋਨਸ ਹੈ ਉਹ ਪ੍ਰਾਇਮਰੀਲੀ ਐਕਵੈਟਿਕ ਹੁੰਦੇ ਨੇ ਜਿਹੜੇ ਮੈਂਬਰਸ ਆਫ ਪ੍ਰੋਟਿਸਟਾ ਹੈ ਪ੍ਰੋਟੋਜ਼ੋਨਸ ਨਹੀਂ ਸੌਰੀ ਪ੍ਰੋਟਿਸਟਾ ਮੈਂਬਰਸ ਆਫ ਪ੍ਰੋਟਿਸਟਾ ਸਾਰੇ ਪ੍ਰਾਇਮਰੀਲੀ ਐਕਵੈਟਿਕ ਹੈ ਹੁਣ ਜਿਹੜਾ ਇਹ ਕਿੰਗਡਮ ਹੈ ਇੱਕ ਲਿੰਕ ਫਾਰਮ ਕਰਦਾ ਹੈ with other with the others dealing with plants animals ਤੇ fungi ਮਤਲਬ ਇਹਦੇ ਅੰਦਰ ਇੰਨੀ ਸਾਰੀ ਵੈਰਾਈਟੀ ਆਫ ऑर्गेनिजम्स है प्रोटिस्टा के अंदर ये दूजे किंगडम्स ਨਾਲ ਇੱਕ ਲਿੰਕ ਫਾਰਮ ਕਰਦਾ ਹੈ ਠੀਕ ਹੈ ਹੁਣ ਆ ਜਾਂਦੇ ਕਿ ਜਿਹੜਾ being eukaryotes the protestant cell body contains a well defined nucleus ਹੋਏਗਾ ਤੇ ਅਦਰ membrane bound organelles ਕੁਝ ਦੇ ਅੰਦਰ ਫਲੈਚਲਾ ਹੁੰਦਾ ਹੈ ਤੇ ਕੁਝ ਦੇ ਅੰਦਰ ਸੀਲੀਆ ਹੁੰਦਾ ਹੈ ਹੁਣ ਜਿਹੜੇ ਪ੍ਰੋਟਿਸਟਸ ਹੈ ਉਹ ਕੀ ਕਰਦੇ ਨੇ ਦੇ ਰੀਪਰੋਡਿਊਸ asexually and sexually by a process involving cell fusion ਜਾਂ ਫਿਰ zygote formation ਹੁਣ ਇਹ asexually ਵੀ ਤੇ sexually ਦੋਨੋਂ ਤਰ੍ਹਾਂ ਰੀਪਰੋਡਿਊਸ ਕਰ ਸਕਦੇ ਨੇ ਹੁਣ ਇਹਨਾਂ ਦੀ ਪਹਿਲੀ ਡਿਵੀਜ਼ਨ ਹੈ ਕ੍ਰਾਈਸੋਫਾਈਟਸ ਜਿਹੜੀ ਡਿਵੀਜ਼ਨ ਕ੍ਰਾਈਸੋਫਾਈਟਸ ਹੈ ਉਹਦੇ ਅੰਦਰ ਦੋ ਗਰੁੱਪਸ ਹੁੰਦੇ ਨੇ ਡਾਇਆਟਮਸ ਤੇ ਗੋਲਡਨ ਐਲਗੀ ਜਿਹਨੂੰ ਡੈਸਮੇਟਸ ਬੋਲਦੇ ਨੇ मतलब ट्राइसोफाइट्स अंदर दो ग्रुप्स हैं ਹੁਣ ਆਂਦਾ ਕਿ they are found in fresh water as well as in marine environment fresh water ਦੇ ਅੰਦਰ ਵੀ ਮਿਲਣਗੇ ਤੇ marine ਦੇ ਅੰਦਰ ਵੀ ਤੇ ਮਾਈਕਰੋਸਕੋਪਿਕ ਹੁੰਦੇ ਨੇ they float passively in water with water currents ਤੇ ਇਹਨੂੰ ਕੀ ਬੋਲਦੇ ਨੇ plankton ਫਿਰ ਉਸ ਤੋਂ ਬਾਅਦ ਆਂਦੇ most of them are photosynthetic they are mostly photosynthetic ਤੇ ਜਿਹੜੇ ਡਾਇਆਟਮਸ ਹੁੰਦੇ ਨੇ ਨਾ ਉਹਨਾਂ ਦੀ ਜਿਹੜੀ ਸੈਲ ਵਾਲ ਹੁੰਦੀ ਹੈ ਉਹ ਫਾਰਮ ਹੁੰਦੀ ਹੈ ਬਾਈ ਟੂ ਥਿਨ ਓਵਰਲੈਪਿੰਗ ਸੈਲਸ ਹੁਣ ਇਹ ਇੰਪੋਰਟੈਂਟ ਹੈ ਜਿਹੜੇ ਟੂ ਥਿਨ ਓਵਰਲੈਪਿੰਗ ਸੈਲਸ ਦੇ ਥਰੂ ਬਣਦੀ ਹੈ ਤੇ ਦੇ ਫਿਟ ਟੂਗੇਦਰ ਐਜ਼ ਅ ਸੋਪ ਬਾਕਸ ਤਾਂ ਅਗਰ ਕਦੇ ਕਦੇ ਪੁੱਛਦੇ ਨੇ ਕਿ ਸੋਪ ਬਾਕਸ ਸੈਲ ਵਾਲ ਜਾਂ ਫਿਰ ਸੋਪ ਬਾਕਸ ਆਰਗੇਨਾਈਜੇਸ਼ਨ ਆਫ ਸੈਲ ਵਾਲ ਕਿਹਦੇ ਅੰਦਰ ਪ੍ਰੈਜ਼ੈਂਟ ਹੈ ਤਾਂ ਡਾਇਆਟਮਸ ਦੇ ਅੰਦਰ ਪ੍ਰੈਜ਼ੈਂਟ ਹੁੰਦੀ ਹੈ ਹੁਣ ਜਿਹੜੇ ਸੈਲ the walls are embedded with silica and thus the walls are indestructible ਹੁਣ ਜਿੰਨੇ ਵੀ ਡਾਇਆਟਮਸ ਹੈ ਉਹਨਾਂ ਦੇ ਜਿਹੜੇ ਵਾਲਸ ਅੰਦਰ ਸਿਲਿਕਾ ਹੁੰਦਾ ਡਾਇਆਟਮਸ ਦੇ ਅੰਦਰ ਤੇ ਉਹ ਇਨਡਿਸਟਰਕਟੇਬਲ ਹੁੰਦਾ ਤੇ ਇਸ ਕਰਕੇ ਜਿਹੜਾ ਡਾਇਆਟਮਸ ਦੇ ਸੈਲ ਵਾਲ ਹੁੰਦੇ ਨੇ ਜਾਂ ਫਿਰ ਉਹਨਾਂ ਦੇ ਜਿਹੜੇ ਰਿਮੇਨਸ ਹੁੰਦੇ ਨੇ ਉਹਨਾਂ ਦੇ ਬਹੁਤ ਇਕਨੋਮਿਕ ਵੈਲਿਊ ਹੈ ਤੇ ਬਹੁਤ ਜਗ੍ਹਾ ਯੂਜ਼ ਹੁੰਦੇ ਨੇ ਉਹ ਤਾਂ thus diatoms has left behind large amount of cell wall deposits in their habitats. The accumulation over billions of years is referred to as diatomaceous earth. ਕੀ ਬੋਲਦੇ ਨੇ ਇਹਨੂੰ diatomaceous earth. When being gritty, this soil is used in polishing. ਨੇ ਦੇ ਕੀ uses ਨੇ ਕਿ gritty in nature ਹੁੰਦੀ ਹੈ ਤੇ ਇਹਦੇ use ਹੈ polishing, filtration of oils and syrups. ਤੇ ਉਸ ਤੋਂ ਇਲਾਵਾ ਜਿਹੜੇ diatoms ਹੈ ਉਹਨਾਂ ਨੂੰ ਬੋਲਦੇ chief producers in the oceans. Diatoms are the chief producers in the oceans. ਹੁਣ ਇੱਕ ਵਾਰ ਇੱਕ ਪੁੱਛਿਆ ਗਿਆ ਸੀਗਾ ਕਿ ਇਹ ਪੈਸਿਵਲੀ ਫਲੋਟ ਤਾਂ ਕਰਦੇ ਨੇ ਵਾਟਰ ਕਰੰਟਸ ਦੇ ਅੰਦਰ ਬਟ ਇਹਨਾਂ ਨੂੰ ਹੈਲਪ ਕੀ ਕੌਣ ਕਰਦੇ ਇਹਦੇ ਅੰਦਰ ਤੇ ਇਹਨਾਂ ਕੋਲ ਐਵੇਂ ਸਟੋਰਡ ਲਿਪਿਡਸ ਹੁੰਦੇ ਨੇ ਸਟੋਰਡ ਲਿਪਿਡਸ ਜਿਹੜੇ ਇਹਨਾਂ ਨੂੰ ਉਹ ਬੋਇੰਸੀ ਪ੍ਰੋਵਾਈਡ ਕਰਦੇ ਨੇ ਫਲੋਟ ਕਰਨ ਹੁਣ ਅਗਲਾ ਡਿਵੀਜ਼ਨ ਆ ਗਿਆ ਡਿਵੀਜ਼ਨ ਹੈ ਪਾਇਰੋਫਾਈਟਾ ਤੇ ਉਹਦੇ ਅੰਦਰ ਆਉਂਦਾ ਡਾਇਨੋਫਲੈਗੇਲੇਟਸ ਹੁਣ ਜਿਹੜੇ ਆਰਗੇਨਿਜ਼ਮਸ ਹੁੰਦੇ ਨੇ ਮੋਸਟਲੀ ਮਰੀਨ ਹੈ ਤੇ ਫੋਟੋਸਿੰਥੈਟਿਕ ਹੁੰਦੇ ਨੇ ਇਹ ਜਾਂ ਤਾਂ ਯੈਲੋ ਗ੍ਰੀਨ ਬ੍ਰਾਊਨ ਬਲੂ ਔਰ ਰੈਡ ਹੁੰਦੇ ਨੇ ਡਿਪੈਂਡਿੰਗ ਔਨ ਦੀ basis of their main pigment present in their cells. The cell wall has stiff cellulose plates on the outer surface. ਹੁਣ ਜਿਹੜਾ cellulose ਹੈ ਇਹਨਾਂ ਕੋਲ ਇੱਕ stiff cellulosic plates ਹੁੰਦੀਆਂ ਨੇ outer surface ਤੇ most of them have two flagella. ਦੋ ਫਲੈਜਲਾ ਹੁੰਦੇ ਨੇ ਜਿਨ੍ਹਾਂ ਚ ਇੱਕ ਹੁੰਦਾ ਉਹ ਲੌਂਗੀਟਿਊਡਨਲੀ ਲਾਈ ਕਰਦਾ ਜਿਹੜਾ ਦੂਜਾ ਹੁੰਦਾ ਉਹ ਟ੍ਰਾਂਸਵਰਸਲੀ ਲਾਈ ਕਰਦਾ ਤੇ ਦੋਨੋਂ ਫਰੋਜ਼ ਦੇ ਵਿੱਚ ਹੁੰਦੇ ਨੇ ਇਨ देयर ਸੈਲ ਵਾਲ ਪਲੇਟਸ ਹੁਣ ਜਿਹੜੇ ਬਹੁਤ ਆਫਨ ਹੁੰਦਾ ਕਿ ਜਿਵੇਂ ਕਿ ਰੈਡ ਡਾਇਨੋਫਲੈਜੇਲੇਟਸ ਉਹਦੀ ਐਗਜ਼ਾਮਪਲ ਹੈ ਗੋਨਲੈਕਸ
ਤੇ ਇਹ ਅੰਡਰਗੋ ਰੈਪਿਡ ਮਲਟੀਪਲੀਕੇਸ਼ਨ ਦੈਟ ਦੇ ਮੇਕ ਦੀ ਸੀਡ ਅਪੀਅਰ ਰੈਡ, ਤੇ ਇਹਨਾਂ ਦੇ ਕਰਕੇ ਰੈਡ ਟਾਈਟਸ ਹੁੰਦੀਆਂ ਨੇ। ਹੁਣ ਜਿਹੜੇ ਇਹ ਜਦੋਂ ਮਲਟੀਪਲਾਈ ਕਰਦੇ ਆ ਜਾਂ ਫਿਰ ਜਿਹੜੇ ਆ ਡਾਇਨੋਫਲੈਜਲੇਟਸ, ਇਹਨਾਂ ਦੇ ਅੰਦਰ ਜਿਹੜੇ ਟੌਕਸਿਨਸ ਹੁੰਦੇ ਨੇ ਨਾ, ਉਹ ਬਹੁਤ ਲਾਰਜ ਅਮਾਉਂਟ ਦੇ ਅੰਦਰ ਹੁੰਦੇ ਨੇ ਕਿ ਮਰੀਨ ਐਨੀਮਲਸ ਨੂੰ ਵੀ ਕਿਲ ਕਰਦੇ ਨੇ, ਜਿਵੇਂ ਫਿਸ਼ਸ। ਹੁਣ ਟੌਕਸਿਨ ਪ੍ਰੋਡਿਊਸਿੰਗ ਡਾਇਨੋਫਲੈਜਲੇਟਸ ਦੇ ਕੁਝ ਐਗਜ਼ਾਮਪल्स ਦੇਖ ਲੈਂਦੇ ਆ ਆਪਾਂ, ਕੌਣ ਕੌਣ ਪ੍ਰੋਡਿਊਸ ਕਰਦੇ, ਜਿਵੇਂ ਕਿ ਐਗਜ਼ਾਮਪਲ ਆਏਗਾ ਜਿਮਨੋਡੀਨੀਅਮ ਤੇ ਗੁਆਨਿਲੈਕਸ। ਜਿਮਨੋਡੀਨੀਅਮ ਤੇ ਫਿਰ ਹੁਣ ਅਗਲਾ ਆ ਜਾਂਦਾ ਹੈ, ਹਾਂ ਹੁਣ ਇਹ ਚੀਜ਼ ਵੀ ਧਿਆਨ ਦੇਣੀ ਉਹਦੇ ਜਿਹੜੇ ਡਾਇਨੋਫਲੈਜਲੇਟਸ ਹੁੰਦੇ ਹੈਪਲੋਇਡ ਹੁੰਦੇ ਨੇ, ਤੇ ਯੂਗਲਿਨੋਇਡਸ ਹੈ ਇਹ ਵੀ ਹੈਪਲੋਇਡ ਹੁੰਦੇ ਨੇ। ਕਾਫੀ ਵਾਰ ਐਵੇਂ ਪੁੱਛ ਲੈਂਦੇ ਹੁੰਦੇ ਨੇ। ਹੁਣ ਅੱਗੇ ਆਉਂਦਾ ਹੈ ਨੈਕਸਟ ਯੂਗਲਿਨੋਇਡਸ। ਜਿਹੜੇ ਯੂਗਲਿਨੋਇਡਸ ਹੈ ਨਾ, ਉਹ ਮੈਜੋਰਿਟੀ ਫਰੈਸ਼ ਵਾਟਰ ਹੁੰਦੇ ਨੇ, ਤੇ ਕਿੱਥੇ ਮਿਲਦੇ ਨੇ, ਸਟੈਗਨੈਂਟ ਵਾਟਰ ਦੇ ਅੰਦਰ। ਫਰੈਸ਼ ਵਾਟਰ ਹੈ ਤੇ ਸਟੈਗਨੈਂਟ ਵਾਟਰ ਦੇ ਅੰਦਰ ਮਿਲਦੇ ਨੇ। ਤੇ ਇੰਸਟੈਡ ਆਫ ਸੈਲ ਵਾਲ ਦੇ ਹੈਵ ਅ protein rich layer called pellicle which makes their body flexible। ਠੀਕ ਹੈ, ਹੁਣ ਇਹਨਾਂ ਕੋਲ ਵੀ ਦੋ ਫਲੈਜਲਾ ਹੁੰਦੇ ਨੇ, ਇੱਕ ਸ਼ਾਰਟ ਹੁੰਦਾ ਤੇ ਇੱਕ ਲੌਂਗ ਹੁੰਦਾ, ਤੇ ਦੋ ਦੇ ਆਰ ਫੋਟੋਸਿੰਥੈਟਿਕ ਇਨ ਪ੍ਰੈਜ਼ੈਂਸ ਆਫ ਸਨਲਾਈਟ। ਸਨਲਾਈਟ ਦੇ ਪ੍ਰੈਜ਼ੈਂਸ ਦੇ ਅੰਦਰ ਇਹ ਫੋਟੋਸਿੰਥੈਟਿਕ ਹੁੰਦੇ ਨੇ, ਬਟ ਜਦੋਂ ਸਨਲਾਈਟ ਚਲੀ ਜਾਂਦੀ ਹੈ ਤੇ ਹੈਟਰੋਟ੍ਰੋਫਸ ਦੀ ਤਰ੍ਹਾਂ ਬਿਹੇਵ ਕਰਦੇ ਨੇ ਤੇ ਪ੍ਰੈਡੇਟ ਔਨ ਅਦਰ ਸਮਾਲਰ ਆਰਗੈਨਿਜ਼ਮਸ। ਹੁਣ ਇੰਟਰਸਟਿੰਗ ਇਹ ਕਿ ਜਿਹੜੇ ਪਿਗਮੈਂਟਸ ਆਫ ਯੂਗਲਿਨੋਇਡਸ ਹੈ ਨਾ, ਦੇ ਆਰ ਸਿਮਿਲਰ ਟੂ ਹਾਇਰ ਪਲਾਂਟਸ। ਹੁਣ ਅੱਗੇ ਆਉਂਦਾ ਸਲਾਈਮ ਮੋਲਡਸ। ਉਸ ਤੋਂ ਪਹਿਲਾਂ ਯੂਗਲਿਨੋਇਡਸ ਦੇ ਬਾਰੇ ਕੁਝ ਹੈ ਕਿ ਇਹਨਾਂ ਕੋਲ ਇੱਕ ਆਈ ਸਪੌਟ ਜਾਂ ਸਟਿਗਮਾ ਹੁੰਦਾ। ਸਟਿਗਮਾ ਦੇ ਅੰਦਰ ਨਾ ਕੁਝ ਪਿਗਮੈਂਟਸ ਹੁੰਦੇ ਆ ਐਟਰਾਜ਼ੈਂਥਿਨ, ਤੇ ਉਸ ਤੋਂ ਬਾਅਦ ਇੱਕ ਪੈਰਾਫਲੈਜੂਲਰ ਬੋਡੀ ਹੁੰਦੀ ਹੈ ਇਹਨਾਂ ਕੋਲ, ਜਿਹਦੇ ਅੰਦਰ ਜਿੱਥੇ ਬਹੁਤ ਦੋਨੋਂ ਫਲੈਜਲਾ ਜਿਹੜਾ ਸ਼ਾਰਟ ਤੇ ਲੌਂਗ ਫਲੈਜਲਾ ਹੈ ਉਹ ਦੋਨੋਂ ਮੀਟ ਕਰਦੇ ਨੇ। ਹੁਣ ਅੱਗੇ ਆਉਂਦਾ ਸਲਾਈਮ ਮੋਲਡਸ। ਜਿਹੜੇ ਸਲਾਈਮ ਮੋਲਡਸ ਹੈ ਉਹ ਇੱਕ ਸੈਪਰੋਫਿਟਿਕ ਪ੍ਰੋਟਿਸਟਸ ਹੁੰਦੇ ਨੇ, ਤੇ ਉਸ ਤੋਂ ਪਹਿਲਾਂ ਯੂਗਲਿਨੋਇਡਸ ਦੀ ਐਗਜ਼ਾਮਪਲ ਕੀ ਹੈ, ਯੂਗਲਿਨਾ। ਇਹਨਾਂ ਕੋਲ ਕੀ ਹੈ, ਸੈਪਰੋਫਿਟਿਕ ਪ੍ਰੋਟਿਸਟਸ ਹੁੰਦੇ ਨੇ, ਜਿਹੜੇ ਬੋਡੀ ਹੈ ਇਹਨਾਂ ਦੀ ਮੂਵ ਕਰਦੀ ਹੈ ਅਲੋਂਗ ਡਿਕੇਇੰਗ ਟਵਿਗਸ ਤੇ ਲੀਵਸ ਐਨਗਲਫਿੰਗ ਆਰਗੈਨਿਕ ਮਟੀਰੀਅਲ। ਹੁਣ ਯੂਗਲਿਨ ਜਿਹੜੇ ਸਲਾਈਮ ਮਾਊਲਸ ਹਨ ਨਾ, ਥੋੜੇ ਥੋੜੇ ਜਿਵੇਂ ਫੰਜਾਈ ਦੀ ਤਰ੍ਹਾਂ ਆਪਾਂ ਨੂੰ ਇੰਡੀਕੇਸ਼ਨਸ ਦਿੰਦੇ ਨੇ। ਤਾਂ ਇਸ ਕਰਕੇ ਜਿਹੜਾ ਪ੍ਰੋਟਿਸਟ ਪੂਰਾ ਪ੍ਰੋਟਿਸਟ ਦਾ ਕਿੰਗਡਮ ਹੈ ਨਾ, ਉਹ ਹਰ ਇੱਕ ਫਰਦਰ ਕਿੰਗਡਮ ਨਾਲ ਰਿਲੇਸ਼ਨ ਸ਼ੋ ਕਰਦੇ। ਜਿਵੇਂ ਹੁਣ ਯੂਗਲਿਨੋਇਡਸ ਹੈ, ਉਹ ਪਲਾਂਟਸ ਤੇ ਐਨੀਮਲਸ ਦੋਨੋਂ ਨਾਲ ਸ਼ੋ ਕਰਦੇ। ਕ੍ਰਾਇਸੋਫਾਈਟਸ ਦੇ ਅੰਦਰ ਜਿਹੜੇ ਗੋਲਡਨ ਐਲਗੇ ਹੈ ਉਹ ਵੀ ਹमें ਰਿਲੇਸ਼ਨ ਸ਼ੋ ਕਰਦੇ। ਹੁਣ ਐਵੇਂ ਆਉਂਦਾ ਕਿ ਅੰਦਰ ਸੂਟੇਬਲ ਕੰਡੀਸ਼ਨਸ ਜਿਹੜੇ ਹੁੰਦੇ ਹੈ ਇੱਕ ਐਗਰੀਗੇਸ਼ਨ ਫਾਰਮ ਕਰਦੇ ਨੇ ਅੰਡਰ ਸੂਟੇਬਲ ਕੰਡੀਸ਼ਨਸ, तो उन्हें बोलते हैं प्लाज्मोडियम। प्लाज्मोडियम बोलते हैं ਜਿਹੜੇ ਗਰੋ ਕਰਕੇ ਤੇ ਓਵਰ ਦੇ ਗਰੋ ਐਂਡ ਸਪਰੈਡ ਓਵਰ ਸੈਵਰਲ ਫੀਟਸ। ਹੁਣ ਜਿਹੜੇ ਅਗਰ ਅਨਫੇਵਰੇਬਲ ਕੰਡੀਸ਼ਨਸ ਹੈ ਤੇ ਜਿਹੜਾ ਪਲਾਜ਼ਮੋਡੀਅਮ ਹੈ ਉਹ ਡਿਫਰੈਂਸ਼ੀਏਟ ਕਰੇਗਾ ਤੇ ਫਾਰਮ ਕਰੇਗਾ ਕੁਝ ਫਰੂਟਿੰਗ ਬੋਡੀਜ਼ ਵੇਅਰਿੰਗ ਸਪੋਰਸ ਐਟ देयर ਟਿਪਸ। ਹੁਣ ਜਿਹੜੇ ਸਪੋਰਸ ਹੁੰਦੇ ਨੇ ਉਹ ਟਰੂ ਵਾਲਸ ਪੋਜ਼ੈਸ ਕਰਦੇ ਨੇ, ਦੇ ਪੋਜ਼ੈਸ ਟਰੂ ਵਾਲਸ ਐਂਡ ਦੇ ਆਰ ਐਕਸਟ੍ਰੀਮਲੀ resistant and they survive for many years। extremely resistant ਹੁੰਦੇ ਨੇ ਤੇ many years ਲਈ survive ਕਰ ਜਾਂਦੇ ਨੇ even under adverse conditions, ਤੇ disperse ਹੋ ਜਾਂਦੇ ਨੇ air currents ਦੇ through। ਹੁਣ suitable conditions ਦੇ ਅੰਦਰ ਹੁੰਦਾ plasmodium ਤੇ unfavorable ਦੇ ਅੰਦਰ ਆਏਗਾ fruiting bodies ਤੇ disperse ਕਿਵੇਂ ਹੁੰਦੇ ਨੇ air currents। ਇਹ ਤਿੰਨ ਚਾਰ ਪੁਆਇੰਟਸ ਨੇ ਜਿਹੜੇ ਧਿਆਨ ਰੱਖਣੇ ਆ। ਹੁਣ ਜਿਹੜੇ ਪ੍ਰੋਟੋਜ਼ੋਅਨਸ ਹੈ, ਪ੍ਰੋਟੋਜ਼ੋਅਨਸ ਕੀ ਹੁੰਦੇ ਨੇ, ਹੈਟਰੋਟ੍ਰੌਫਸ ਹੁੰਦੇ ਨੇ। हेटरोट्रॉफ्स के अंदर प्रेडेटर या फिर पैरासाइट्स, दे लिव एज प्रेडेटर्स या फिर पैरासाइट्स, दोनों से कुछ भी हो सकता है। दे आर बिलीव्ड टू बी प्रिमिटिव रिलेशंस ऑफ एनिमल्स, प्रिमिटिव रिलेटिव्स ऑफ एनिमल्स। ਤੇ ਇਹਨਾਂ ਨੂੰ 4 ਮੇਜਰ ਗਰੁੱਪਸ ਦੇ ਅੰਦਰ ਅੱਗੇ ਡਿਵਾਈਡ ਕੀਤਾ ਗਿਆ ਪ੍ਰੋਟੋਜ਼ੋਨਸ ਨੂੰ, 4 ਮੇਜਰ ਗਰੁੱਪਸ। ਉਹਦੇ ਅੰਦਰ ਪਹਿਲਾ ਗਰੁੱਪ ਆਏਗਾ ਅਮੀਬॉइड ਪ੍ਰੋਟੋਜ਼ੋਨਸ। ਅਮੀਬॉइड ਪ੍ਰੋਟੋਜ਼ੋਨਸ ਦਾ ਕਿਵੇਂ ਹੈ ਕਿ ਦੇ ਲਿਵ ਇਨ ਫਰੈਸ਼ ਵਾਟਰ ਹੁੰਦੇ ਨੇ